ਹੈਲੋ एवरीवन ਵੈਲਕਮ ਟੂ ਮਿਹਨਤੀ ਬੱਚੇ। ਸੋ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ 에ਅਰ ਪੋਲਿਊਸ਼ਨ ਦੀ ਗੱਲ ਕੀਤੀ ਸੀ, ਠੀਕ ਹੈ। ਸੋ ਅਗਰ ਆਪਾਂ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਦੇਖੀਏ ਤਾਂ ਹਰ 10 ਬੰਦਿਆਂ ਚੋਂ ਜਿਹੜੇ 9 ਬੰਦੇ ਨੇ ਉਹ ਪੋਲਿਊਟਿਡ 에ਅਰ ਨੂੰ ਬਰੀਥ ਕਰ ਰਹੇ ਹੈ, ਠੀਕ ਹੈ। ਸੋ ਇਹਦੇ ਨਾਲ ਕੀ ਹੋ ਰਿਹਾ, ਗਲੋਬਲ ਕ੍ਰਾਈਸਿਸ ਹੈ ਜਿਹੜੇ ਵੱਧ ਰਹੇ ਨੇ ਹੈਲਥ ਦੇ ਨਾਲ ਰਿਲੇਟਿਡ, ਠੀਕ ਹੈ। ਤੇ ਇਹਦੇ ਨਾਲ 7 ਮਿਲੀਅਨ ਡੈਥ ਹਰ ਸਾਲ ਹੋ ਰਹੀਆਂ ਨੇ ਐਸ ਪਰ WHO। ਇੰਡੀਆ ਦੀ ਅਗਰ ਆਪਾਂ ਗੱਲ ਕਰੀਏ, ਇੰਡੀਆ ਦੇ ਵਿੱਚ 0 ਤੋਂ ਲੈ ਕੇ 5 ਈਅਰ ਦੇ ਜਿਹੜੇ ਬੱਚੇ ਹੈ, ਠੀਕ ਹੈ, ਉਹਨਾਂ ਵਿੱਚ ਹਰ ਸਾਲ 1 ਲੱਖ ਬੱਚੇ ਦੀ ਡੈਥ ਹੋ ਰਹੀ ਹੈ ਡਿਊ ਟੂ 에ਅਰ ਪੋਲਿਊਸ਼ਨ। ਤੇ 12% 5% ਜਿਹੜੀ ਪੂਰੀ ਕੰਟਰੀ 'ਚ ਡੈਥ ਹੋ ਰਹੀ ਹੈ ਉਹਦਾ 12.5% ਹੈ ਜਿਹੜਾ ਉਹ 에ਅਰ ਪੋਲਿਊਸ਼ਨ ਦੇ ਕਰਕੇ ਹੋ ਰਿਹਾ। ਓਕੇ, ਅਗਰ ਆਪਾਂ WHO ਦੇ ਇੱਕ ਮੈਜਰ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵਰਲਡ ਦੀ ਜਿਹੜੀ 10 ਮੋਸਟ ਪੋਲਿਊਟਿਡ ਸਿਟੀਜ਼ ਹੈ ਉਹਦੇ ਵਿੱਚੋਂ 9 ਸਿਟੀਜ਼ ਕਿੱਥੇ ਨੇ, ਇੰਡੀਆ ਦੇ ਵਿੱਚ। ਓਕੇ, ਸੋ ਇਹ ਸਭ ਚੀਜ਼ਾਂ ਦੇ ਕਰਕੇ ਜਿਹੜੀ ਗਵਰਨਮੈਂਟ ਹੈ ਉਹਨੇ ਕਾਫੀ ਜ਼ਿਆਦਾ ਇਨੀਸ਼ੀਏਟਿਵਸ ਲਿੱਤੇ ਹੈ ਕਿ 에ਅਰ ਪੋਲਿਊਸ਼ਨ ਹੈ ਜਿਹੜਾ ਉਹਨੂੰ ਘਟਾਇਆ ਜਾਵੇ ਕਿਸੇ ਤਰੀਕੇ। ਸੋ ਕਾਫੀ ਸਾਰੇ ਪ੍ਰੋਗਰਾਮਸ ਵੀ ਸਟਾਰਟ ਕੀਤੇ ਗਏ ਹੈ, ਜਿਵੇਂ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਹੋ ਗਈ, ਭਾਰਤ ਸਟੇਜ 6 ਐਮਿਸ਼ਨ ਨੋਰਮਸ ਹੋ ਗਏ। ਸੋ ਹੁਣ ਆਪਾਂ ਨੇ ਇੱਥੇ ਪੜ੍ਹਿਆ ਭਾਰਤ ਸਟੇਜ 6 ਐਮਿਸ਼ਨ ਨੋਰਮਸ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਭਾਰਤ ਸਟੇਜ ਐਮਿਸ਼ਨ ਸਟੈਂਡਰਡਸ ਹੈ ਕੀ। BS एमिशन स्टैंडर्ड्स ये बेसिकली ऐसे स्टैंडर्ड्स हैं जिन्हों की गवर्नमेंट ऑफ इंडिया के द्वारा इंस्टीट्यूट किया गया है, बनाया गया है ताकि एयर पॉल्यूटेंट्स है जोड़े उन्होंने रेगूलेट किया जाए। किहड़े एयर पॉल्यूटेंट्स जोड़े व्हीकल्स तो रिलीज होंगे ने, ठीक है। हुण जोड़े स्टैंडर्ड्स ते टाइमलाइन है BS नॉर्म्स की, उन्होंने कौन सैट करता है, सेंट्रल पॉल्यूशन कंट्रोल बोर्ड, जो कि मिनिस्ट्री ऑफ इन्वायरमेंट एंड फॉरेस्ट एंड क्लाइमेट चेंज के अंडर काम करती है। ਇਹ ਸਟੈਂਡਰਡਸ ਜੋ ਕਿ ਯੂਰਪੀਅਨ ਰੈਗੂਲੇਸ਼ਨ ਦੇ ਉੱਪਰ ਬੇਸਡ ਹੈ, ਇਹਨਾਂ ਨੂੰ ਸਭ ਤੋਂ ਪਹਿਲਾਂ 2000 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। 2014 ਦੇ ਵਿੱਚ ਸੁਮਿਤਰਾ ਚੌਧਰੀ ਕਮੇਟੀ ਹੈ ਜਿਹੜੀ ਉਹ ਫਾਰਮ ਕੀਤੀ ਗਈ ਤੇ ਉਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਆਟੋ ਫਿਊਲ ਵਿਜ਼ਨ ਪਾਲਿਸੀ 2025 ਦੇ ਉੱਪਰ, ਜਿਹਦੇ ਵਿੱਚ ਇਹ ਰਿਕਮੈਂਡੇਸ਼ਨ ਦਿੱਤੀ ਗਈ ਕਿ ਜਿਹੜੇ BS4 ਨੋਰਮਸ ਹੈ ਉਹਨਾਂ ਨੂੰ 2017 ਚ ਇੰਪਲੀਮੈਂਟ ਕੀਤਾ ਜਾਵੇ, BS5 ਨੂੰ 2019 ਦੇ ਵਿੱਚ ਤੇ BS6 ਨੂੰ 2024 ਦੇ ਵਿੱਚ। ਓਕੇ, ਸੋ 2016 ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ ਇੰਡੀਆ ਜਿਹੜਾ ਹੈ ਉਹ BS5 ਨੋਰਮਸ ਨੂੰ ਕਰੂਗਾ ਸਕਿਪ ਤੇ ਡਾਇਰੈਕਟਲੀ BS4 ਤੋਂ ਬਾਅਦ BS6 ਨੂੰ ਮੂਵ ਕਰੂਗਾ। ਓਕੇ, ਸੋ BS6 ਨੋਰਮਸ ਹੈ ਜਿਹੜੇ ਕਦੋਂ ਇੰਪਲੀਮੈਂਟ ਕੀਤੇ ਗਏ, 2020 ਦੇ ਵਿੱਚ। ਓਕੇ, ਹੁਣ ਜਿਹੜੇ BS6 ਨੋਰਮਸ ਨੇ ਇਹ ਹੈਲਪ ਕਰ ਰਹੇ ਨੇ ਪੋਲਿਊਸ਼ਨ ਲੈਵਲ ਨੂੰ ਘਟਾਉਣ ਦੇ ਲਈ। ਹੁਣ ਦੇਖੋ, ਅਗਰ ਆਪਾਂ ਵਹੀਕਲਸ ਦੇ ਵਿੱਚ ਐਸੀ ਟੈਕਨੋਲੋਜੀ ਦਾ ਯੂਜ਼ ਕਰ ਰਹੇ ਹਾਂ ਕਿ ਜਿਹੜਾ ਉਹਨਾਂ ਦਾ ਇੰਜਨ ਹੈ ਉਹ ਘੱਟ ਪੋਲਿਊਸ਼ਨ ਫੈਲਾਏ ਤਾਂ ਟੈਕਨੋਲੋਜੀ ਅੱਛੀ ਯੂਜ਼ ਹੋਊਗੀ, ਸੋ ਉਹਦੇ ਨਾਲ ਜਿਹੜਾ ਰੇਟ ਹੈ ਵਹੀਕਲਸ ਦਾ ਉਹ ਇਨਕਰੀਜ਼ ਹੋ ਰਿਹਾ ਹੈ। ਓਕੇ, ਅਗਰ ਆਪਾਂ ਗੱਲ ਕਰੀਏ ਜਿਹੜੇ BS4 ਨੋਰਮਸ ਨੇ ਉਹਨਾਂ ਨੂੰ April 2017 ਦੇ ਵਿੱਚ ਇਨਫੋਰਸ ਕੀਤਾ ਗਿਆ ਸੀ ਤੇ ਜਿਹੜੇ BS6 ਨੋਰਮਸ ਨੇ, ਠੀਕ ਹੈ, ਉਹਨਾਂ ਨੂੰ April 1 2020 ਦੇ ਵਿੱਚ ਇਨਫੋਰਸ ਕੀਤਾ ਗਿਆ ਤੇ ਜਿਹੜੇ BS4 ਨੋਰਮਸ ਨੇ ਉਹਨਾਂ ਨੂੰ ਹਟਾਇਆ ਜਾਊਗਾ ਉਦੋਂ ਤੋਂ। ਓਕੇ, ਹੁਣ BS6 ਐਮਿਸ਼ਨ ਨੋਰਮ ਬਾਰੇ ਪੜ੍ਹਦੇ ਹਾਂ। ਯੂਨੀਅਨ ਇਨਵਾਇਰਨਮੈਂਟ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਜਿਹੜੇ BS6 ਐਮਿਸ਼ਨ ਨੋਰਮਸ ਹੈ ਉਹਨਾਂ ਨੂੰ 2020 ਦੇ ਵਿੱਚ ਇੰਪਲੀਮੈਂਟ ਕੀਤਾ ਜਾਊਗਾ ਤੇ ਇਹਦੇ ਨਾਲ ਕਾਫੀ ਜ਼ਿਆਦਾ ਵਹੀਕਲਸ ਤੋਂ ਜਿਹੜਾ ਪੋਲਿਊਸ਼ਨ ਹੁੰਦਾ ਹੈ ਉਹਦੇ ਵਿੱਚ ਰਿਡਕਸ਼ਨ ਆਊਗਾ। ਸੋ BS6 ਨੋਰਮਸ ਨਾਲ ਕੰਪਾਇਰ ਕਰਨ ਦੇ ਲਈ ਜਿਹੜੇ ਵਹੀਕਲ ਮੈਨੂਫੈਕਚਰਰਸ ਹੈ ਉਹਨਾਂ ਨੂੰ ਨਿਊ ਟੈਕਨੋਲੋਜੀ ਅਪਣਾਉਣੀ ਪਊਗੀ ਤਾਂ ਕਿ ਵਹੀਕਲਸ ਨੂੰ BS6 ਸਟੈਂਡਰਡਸ ਦੇ ਅਕੋਰਡਿੰਗ ਕੰਪਲਾਇੰਟ ਬਣਾਇਆ ਜਾਵੇ। ਓਕੇ, BS6 ਵਹੀਕਲਸ ਦੇ ਵਿੱਚ ਆਪਾਂ ਨੇ 2022 ਦੇ ਵਿੱਚ ਮੂਵ ਕਰਨਾ ਸੀ, ਬਟ ਪੂਅਰ 에ਅਰ ਕੰਡੀਸ਼ਨ ਦੇ ਕਰਕੇ ਇਹਨੂੰ 4 ਸਾਲ ਹੋਰ ਐਡਵਾਂਸ ਕੀਤਾ ਗਿਆ। ਯਾਨੀ ਕਿ ਪਹਿਲਾਂ BS4 ਤੋਂ ਬਾਅਦ BS5 ਨੇ ਆਉਣਾ ਸੀ, ਬਟ ਆਪਾਂ ਡਾਇਰੈਕਟਲੀ ਇਹਦੇ ਉੱਪਰ ਕਿਉਂ ਮੂਵ ਕੀਤਾ, ਕਿਉਂਕਿ 에ਅਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। ਜਿੰਨੇ ਵੀ ਵਹੀਕਲਸ ਉਹਨਾਂ ਨੂੰ ਨਿਊ ਸਟੈਂਡਰਡਸ ਨੂੰ ਫੋਲੋ ਕਰਨਾ ਪਊਗਾ, ਦੈਟ ਇਜ਼ BS6 ਫਰੋਮ April 1 2020। ਜਿਹੜੇ ਸਟੈਂਡਰਡਸ ਹੈ ਉਹਦੇ ਵਿੱਚ 4 ਤੇ 2 ਵੀਲਰ ਤੇ ਕਮਰਸ਼ੀਅਲ ਵਹੀਕਲਸ ਵੀ ਇਨਕਲੂਡਿਡ ਹੈ, ਠੀਕ ਹੈ। ਅਗਰ ਆਪਾਂ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ BS4 ਤੇ BS3 ਫਿਊਲਸ ਅਵੇਲੇਬਲ ਹੈ ਇੰਡੀਆ ਦੇ ਵਿੱਚ, ਠੀਕ ਹੈ। ਉਹਨਾਂ ਦੇ ਯੂਜ਼ ਦੇ ਕਾਰਨ ਜਿਹੜੇ ਹਜ਼ਾਰਡੀਅਸ ਪੋਲਿਊਟੈਂਟਸ ਨੇ 에ਅਰ ਦੇ ਉਹ ਇਨਕਰੀਜ਼ ਹੋ ਰਹੇ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਹੈਲਥ ਪ੍ਰੋਬਲਮਸ ਹੋ ਰਹੀਆਂ, ਜਿਵੇਂ ਅਸਥਮਾ, ਬ੍ਰੌਂਚਾਈਟਿਸ, ਹਾਰਟ ਡਿਜ਼ੀਜ਼ ਤੇ ਕੈਂਸਰ। ਓਕੇ, ਸੋ ਹੁਣ ਦੇਖੋ, ਅਗਰ ਆਪਾਂ ਗੱਲ ਕਰੀਏ ਭਾਰਤ ਸਟੇਜ ਐਮਿਸ਼ਨ ਸਟੈਂਡਰਡ ਦੇ ਟਾਈਮਲਾਈਨ ਦੀ, ਇੰਡੀਆ ਦੇ ਵਿੱਚ 2000 ਦੇ ਵਿੱਚ ਇਹ ਚੀਜ਼ ਸਟਾਰਟ ਹੋਈ ਤੇ ਜਿਹੜੀ ਚੀਜ਼ ਹੈ ਕਿਹਦੇ ਉੱਪਰ ਬੇਸਡ ਹੈ, ਯੂਰੋ ਦੇ ਉੱਪਰ, ਠੀਕ ਹੈ। ਸੋ ਯਾਨੀ ਕਿ ਇੰਡੀਆ ਦੇ ਵਿੱਚ
2000 ਆਇਆ ਤੇ ਯੂਰੋ 1 ਜਿਹੜਾ ਹੈ ਉਹਨੂੰ ਕਦੋਂ ਸਟਾਰਟ ਕੀਤਾ ਗਿਆ 2000 ਦੇ ਵਿੱਚ ਪੂਰੇ ਦੇਸ਼ ਦੇ ਵਿੱਚ। ਦੈਨ BS2 ਦੈਟ ਇਜ਼ ਯੂਰੋ 2 ਨੂੰ ਸਟਾਰਟ ਕੀਤਾ ਗਿਆ 2001 ਚ ਮੈਟਰੋ ਸਿਟੀਜ਼, 2003 ਦੇ ਵਿੱਚ ਮੇਜਰ ਸਿਟੀਜ਼ ਦੇ ਵਿੱਚ 10 ਤੇ 2005 ਚ ਪੂਰੇ ਨੇਸ਼ਨ ਦੇ ਵਿੱਚ। ਦੈਨ BS3 ਦੈਟ ਇਜ਼ ਯੂਰੋ 3 ਨੂੰ ਸਟਾਰਟ ਕੀਤਾ ਗਿਆ 2005 ਦੇ ਵਿੱਚ ਮੇਜਰ ਸਿਟੀਜ਼ ਦੇ ਵਿੱਚ ਤੇ ਮੈਟਰੋਜ਼ ਦੇ ਵਿੱਚ ਤੇ 2010 ਦੇ ਵਿੱਚ ਨੇਸ਼ਨ ਵਾਈਡ। ਦੈਨ BS4 ਦੈਟ ਇਜ਼ ਯੂਰੋ 4 ਨੂੰ 2010 ਚ ਮੈਟਰੋਜ਼ ਤੇ ਮੇਜਰ ਸਿਟੀਜ਼ ਚ ਇੰਟਰੋਡਿਊਸ ਕੀਤਾ ਗਿਆ 2017 ਚ ਨੇਸ਼ਨ ਵਾਈਡ। BS5 ਤੇ ਯੂਰੋ 5 ਨੂੰ ਸਕਿਪ ਕੀਤਾ ਗਿਆ। BS6 ਦੈਟ ਇਜ਼ ਯੂਰੋ 6 ਨੂੰ 2018 ਚ ਦਿੱਲੀ ਚ ਸਟਾਰਟ ਕੀਤਾ ਗਿਆ, 2019 ਦੇ ਵਿੱਚ NCR ਰੀਜਨ ਦੇ ਵਿੱਚ ਤੇ 2020 ਚ ਪੂਰੇ ਦੇਸ਼ ਦੇ ਵਿੱਚ। ਓਕੇ ਸੋ ਹੁਣ ਆਪਾਂ ਗੱਲ ਕਰ ਰਹੇ ਹਾਂ BS4 BS6 ਦੀ। ਹੁਣ ਆਪਾਂ ਦੇਖਦੇ ਹਾਂ ਕਿ BS4 ਤੇ BS6 ਦੇ ਵਿੱਚ ਕੀ ਫਰਕ ਹੈ ਤੇ BS6 ਅੱਛਾ ਕਿਵੇਂ ਹੈ BS4 ਤੋਂ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦੀ ਹਾਂ, ਇੱਥੇ ਯਾਦ ਰੱਖਿਓ ਕਿ BS ਦੀ ਫੁੱਲ ਫਾਰਮ ਕੀ ਹੈ, ਭਾਰਤ ਸਟੇਜ। ਪੇਪਰ 'ਚ ਕੁਐਸਚਨਸ ਆ ਚੁੱਕੇ ਇਹਦੇ ਉੱਪਰ। ਓਕੇ ਸੋ ਇਸ ਲਈ ਇਹ ਆਪਾਂ ਟੌਪਿਕ ਡਿਸਕਸ ਕਰ ਰਹੇ ਹਾਂ। ਸੋ ਦੇਖੋ BS6 ਫਿਊਲ ਦੇ ਵਿੱਚ ਜਿਹੜਾ ਵੋਲਿਊਮ ਹੈ PM 2.5 ਦਾ ਉਹ ਕਿੰਨਾ 20 to 40 ਮਾਈਕਰੋਗ੍ਰਾਮ ਪਰ ਕਿਊਬਿਕ ਮੀਟਰ, ਬਟ BS4 ਦੇ ਵਿੱਚ ਇਹ ਕਿੰਨਾ ਹੁੰਦਾ 120 ਮਾਈਕਰੋਗ੍ਰਾਮ ਪਰ ਕਿਊਬਿਕ ਮੀਟਰ। ਯਾਨੀ ਕਿ ਹੁਣ ਜਿਹੜਾ BS6 ਫਿਊਲ ਹੋਊਗਾ ਉਹਦੇ ਵਿੱਚ ਜਿਹੜੇ PM 2.5 ਨੇ, ਠੀਕ ਹੈ, ਉਹਦੀ ਕਿੰਨੀ ਰੇਂਜ ਹੋਗੀ 20 to 40 ਮਾਈਕਰੋਗ੍ਰਾਮ ਪਰ ਕਿਊਬਿਕ ਮੀਟਰ ਤੇ BS4 ਚ ਕਿੰਨੀ ਸੀ 120, ਯਾਨੀ ਕਿ ਉਹਨੂੰ ਘਟਾਤਾ। BS6 ਫਿਊਲ ਹੈ ਜਿਹੜਾ ਉਹ ਸਲਫਰ ਕੰਟੈਂਟ ਨੂੰ 5 times ज़्यादा घटाऊगा than BS4 level. It has 10 per cubic meter of sulfur as against 50 parts per cubic meter in BS4. ठीक है। Sulfur in the fuel contributes to fine particulate matter emission. High sulfur content in fuel also leads to corrosion and wear of automobile engine. ਹੁਣ ਦੇਖੋ ਅਗਰ ਆਪਾਂ ਗੱਲ ਕਰੀਏ BS6 ਨੇ ਸਲਫਰ ਕੰਟੈਂਟ ਨੂੰ ਵੀ ਘਟਾਇਆ। ਇਹਦਾ ਫਾਇਦਾ ਕੀ ਹੋਊਗਾ ਕਿ ਜਿਹੜਾ ਸਲਫਰ ਹੁੰਦਾ ਫਿਊਲ ਦੇ ਵਿੱਚ ਉਹ ਫਾਈਨ ਪਾਰਟੀਕੂਲੇਟ ਮੈਟਰ ਐਮਿਸ਼ਨ ਨੂੰ ਬੜਾਵਾ ਦਿੰਦਾ ਹੈ। ਅਗਰ ਹਾਈ ਸਲਫਰ ਕੰਟੈਂਟ ਹੋਵੇ ਫਿਊਲ ਦੇ ਵਿੱਚ ਤਾਂ ਉਹਦੇ ਨਾਲ ਕਰੋਜਨ ਵੀ ਹੋ ਜਾਂਦੀ ਹੈ ਤੇ ਆਟੋਮੋਬਾਈਲ ਇੰਜਨ ਹੈ ਜਿਹੜਾ ਉਹਦੀ ਵੀਅਰ ਐਂਡ ਟੀਅਰ ਵੀ ਹੋ ਜਾਂਦੀ ਹੈ। ਠੀਕ ਹੈ। BS6 ਫਿਊਲ ਦੇ ਨਾਲ ਹਰ 1 ਕਿਲੋਮੀਟਰ ਦੇ ਵਿੱਚ ਜਿਹੜੀ ਕਾਰ ਹੈ ਉਹ 80% ਲੈਸ ਪਾਰਟੀਕੂਲੇਟ ਮੈਟਰ ਰਿਲੀਜ਼ ਕਰੂਗੀ, ਠੀਕ ਹੈ, ਤੇ 70% ਲੈਸ ਨਾਈਟ੍ਰੋਜਨ ਆਕਸਾਈਡ ਰਿਲੀਜ਼ ਕਰੂਗੀ ਐਸ ਕੰਪੇਅਰ ਟੂ BS4। 에ਅਰ ਪੋਲਿਊਟੈਂਟਸ ਹੈ ਜਿਹੜੇ BS6 ਫਿਊਲ ਦੇ ਵਿੱਚ ਉਹ ਘੱਟ ਨੇ ਐਸ ਕੰਪੇਅਰ ਟੂ BS4। ਓਕੇ, ਜਿਹੜੇ BS6 ਨੋਰਮਸ ਹੈ ਉਹ ਰਿਡਿਊਸ ਕਰਨਗੇ ਕਾਫੀ ਜ਼ਿਆਦਾ ਹਾਰਮਫੁਲ ਹਾਈਡਰੋਕਾਰਬਨ ਦਾ ਐਮਿਸ਼ਨ, ਠੀਕ ਹੈ, ਜਿਹੜੇ ਕਿ ਕਿਵੇਂ ਰਿਲੀਜ਼ ਹੁੰਦੇ ਆ ਜਦੋਂ ਇਨਕੰਪਲੀਟ ਕੰਬਕਸ਼ਨ ਹੁੰਦੀ ਹੈ ਫਿਊਲ ਦੀ, ਠੀਕ ਹੈ, ਮਤਲਬ ਫਿਊਲ ਦਾ ਬਰਨ ਹੋਣਾ ਇਨ ਲੈਸ ਸਪਲਾਈ ਆਫ ਆਕਸੀਜਨ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਅਗਲਾ ਟੌਪਿਕ ਪੜ੍ਹਦੇ ਹਾਂ ਨੈਸ਼ਨਲ 에ਅਰ ਕੁਆਲਿਟੀ ਇੰਡੈਕਸ। ਇਹਦੇ ਉੱਪਰ ਵੀ ਬਹੁਤ ਸਾਰੇ ਕੁਐਸਚਨਸ ਦੇਖਣ ਨੂੰ ਮਿਲਦੇ ਆ, ਸੋ ਆਪਾਂ ਇਹਨੂੰ ਡਿਸਕਸ ਕਰਾਂਗੇ। ਓਕੇ, ਸੋ ਜਿਹੜਾ ਨੈਸ਼ਨਲ 에ਅਰ ਕੁਆਲਿਟੀ ਇੰਡੈਕਸ ਹੈ ਉਹਨੂੰ 2014 ਦੇ ਵਿੱਚ ਲਾਂਚ ਕੀਤਾ ਗਿਆ ਇੱਕ ਥੀਮ ਦੇ ਨਾਲ 1 ਨੰਬਰ 1 ਕਲਰ 1 ਡਿਸਕ੍ਰਿਪਸ਼ਨ, ਤਾਂ ਕਿ ਜਿਹੜਾ ਕਾਮਨ ਮੈਨ ਵੀ ਹੈ ਉਹ 에ਅਰ ਕੁਆਲਿਟੀ ਨੂੰ ਸਮਝ ਸਕੇ, ਠੀਕ ਹੈ। ਹੁਣ ਜਿਹੜੀ 에ਅਰ ਕੁਆਲਿਟੀ ਦੀ ਮੈਜ਼ਰਮੈਂਟ ਹੈ ਉਹ 8 ਪੋਲਿਊਟੈਂਟਸ ਦੇ ਉੱਪਰ ਬੇਸਡ ਹੈ। ਕਿਹੜੇ ਕਿਹੜੇ ਇਹ ਯਾਦ ਰੱਖਣੇ ਆ ਨਾਮ ਸਾਰੇ। PM10 that is particulate matter PM 2.5, nitrogen dioxide, sulfur dioxide, carbon monoxide, ozone, then ammonia and lead। याद रखना है पूरा। ਇਹਦਾ ਮੇਨ ਪਰਪਸ ਕੀ ਹੈ, ਸੌਰੀ, ਨੈਸ਼ਨਲ 에ਅਰ ਕੁਆਲਿਟੀ ਇੰਡੈਕਸ ਨੂੰ ਰਿਲੀਜ਼ ਕਰਨ ਦਾ ਕਿ ਕਾਮਨ ਮੈਨ ਨੂੰ ਵੀ ਸਮਝ ਆ ਜਾਏ ਕਿ ਜਿਹੜੀ 에ਅਰ ਦੇ ਵਿੱਚ ਉਹ ਸਾਹ ਲੈ ਰਹੇ ਨੇ ਉਹ ਕਿੰਨੀ ਕੁ ਪੋਲਿਊਟਿਡ ਹੈ ਜਾਂ ਕਿੰਨੀ ਕੁ ਅੱਛੀ ਹੈ ਉਹਨਾਂ ਦੇ ਲਈ, ਠੀਕ ਹੈ। ਸੋ ਇਹਦੇ ਵਿੱਚ 에ਅਰ ਕੁਆਲਿਟੀ ਨੂੰ ਆਪਾਂ 8 ਪੋਲਿਊਟੈਂਟ ਦੇ ਬੇਸਿਸ ਤੇ ਦੇਖਦੇ ਹਾਂ। ਓਕੇ, ਉਹ 8 ਪੋਲਿਊਟੈਂਟਸ ਦਾ ਨਾਮ ਯਾਦ ਰੱਖਣਾ ਹੈ। ਦੈਨ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹਦੇ ਵਿੱਚ 6 ਕੈਟਾਗਰੀਜ਼ ਬਣਾਈਆਂ ਹੁੰਦੀਆਂ ਨੇ 에ਅਰ ਕੁਆਲਿਟੀ ਦੀਆਂ। ਕਿਹੜੀਆਂ ਗੁੱਡ, ਸੈਟਿਸਫੈਕਟਰੀ, ਮੋਡਰੇਟਰੀ, ਪੋਲਿਊਟਿਡ, ਪੂਅਰ, ਵੈਰੀ ਪੂਅਰ ਤੇ ਸਵੀਅਰ। ਇਹਨੂੰ ਡਿਵੈਲਪ ਕੀਤਾ ਹੈ CPCB ਨੇ, ਕਿਹਦੇ ਨਾਲ ਮਿਲ ਕੇ IIT ਕਾਨਪੁਰ ਤੇ ਇੱਕ ਐਕਸਪਰਟ ਗਰੁੱਪ ਨਾਲ ਮਿਲ ਕੇ, ਜਿਹਦੇ ਵਿੱਚ ਮੈਡੀਕਲ ਤੇ 에ਅਰ ਕੁਆਲਿਟੀ ਪ੍ਰੋਫੈਸ਼ਨਲਸ ਨੂੰ ਵੀ ਐਡ ਕੀਤਾ ਗਿਆ। ਹੁਣ ਦੇਖੋ ਅਗਰ ਆਪਾਂ ਦੇਖੀਏ ਜਿਹੜਾ ਇੰਡੈਕਸ ਹੈ, ਅਗਰ ਤੁਹਾਨੂੰ ਕੋਈ ਪੁੱਛੇ ਕਿ ਉਹਦੀ ਰੇਂਜ ਕਿੰਨੀ ਹੈ 0 ਤੋਂ ਲੈ ਕੇ 500, ਇੱਕ ਵਾਰ ਪੇਪਰ 'ਚ ਵੀ ਕੁਐਸਚਨ ਆਇਆ ਸੀਗਾ। ਓਕੇ, ਸੋ ਹੁਣ ਦੇਖੋ ਅਗਰ ਇਹਦੇ ਵਿੱਚ 0 ਤੋਂ 50 ਦੀ ਜਿਹੜੀ ਰੇਂਜ ਹੈ ਉਹਦਾ ਮਤਲਬ ਕੀ ਹੈ ਕਿ ਜਿਹੜੀ 에ਅਰ ਹੈ ਉਹ ਗੁੱਡ ਹੈ। 51 to 100 ਹੈ ਸੈਟਿਸਫੈਕਟਰੀ ਹੈ, 101 to 200 ਹੈ ਮੋਡਰੇਟ ਹੈ,
201 to 300 है पुअर है, 301 to 400 है वेरी पुअर, 401 to 500 स्पीयर। ओके सो याद रखना है। ओके उस तो बाद हुण नैक्सट आप टॉपिक पढ़ते हैं एसिड रेन का। एसिड रेन का मतलब की है, अगर नॉर्मल रेन हो रही है आप बोलेंगे रेन, बट अगर वो रेन एसिडिक है, ठीक है, तो आप की बोलेंगे एसिड रेन। ओके सो एसिड रेन है जी तो नॉर्मल रेन वो फर्क की होंगे कि जी अपने को एसिड रेन है वह जो pH लैवल होंगे वो 7 तो घट होगा, तो कि वो 5.7। सो आप बोलते हैं कि जी रेन हो रही है एसिडिक है नेचर। आपको pH स्केल का पता है ना कि 0 तो लैके 14 तक की रेंज होंगी है, जो 7 होंगे न्यूट्रल। अगर आप 7 तो 0 वाल मूव करांगे तो एसिडिक हो जाओ कोई भी चीज़, तो 7 तो बाद अगर आप 14 तक मूव करांगे तो कोई भी चीज़ है जी जी बेसिक नेचर है वो वधी जाऊगी, ठीक है। सो जो एसिड रेन है वो की होंगे प्रेसिपिटेशन होना एसिड का रेन की फॉर्म के विच। जो एटमोसफेरिक पॉल्यूटेंट्स जिमें कि ऑक्साइड ऑफ नाइट्रोजन ते सल्फर वो वाटर दे नाल रिएक्ट करते हैं, किहड़े वाटर नाल, रेन वाटर दे नाल, ते वो रेन जदों अर्थ ते आंदी है तो उहदे नाल की हुंदा एसिड रेन। सो देखो हुण एसिड रेन का की कारण है, सल्फर ते नाइट्रोजन पार्टिकल का रेन वाटर नाल मिक्स होना, उहदे नाल एसिड रेन हुंदी है। हुण जिहड़े नाइट्रोजन ते सल्फर है ये एटमोसफेयर दे विच किवें आए, ये दो मैथड नाल आ सकते हैं, नैचुरली भी आ सकते हैं ते नाल ही मैन मेड मैथड नाल भी आ सकते हैं, ठीक है। हुण मैन मेड मैथड नाल किवें कि इंडस्ट्रीज तो एमिशन हो जाना, सल्फर डाइऑक्साइड गैस आया, नाइट्रोजन डाइऑक्साइड गैस आया, तो हो गया मैन मेड वेज। हुण नैचुरल वेज किवें है कि अगर लाइटनिंग स्ट्राइक कर दी है एटमोसफेयर नूं तो उहदे नाल नाइट्रोजन आयन्स है जिहड़े वो रिलीज होंदे हैं, ठीक है। तो वोल्कैनिक इरप्शन होंदी है तो उहदे नाल जिहड़ा सल्फर है वो रिलीज होंदा है एयर दे विच। सो एवें नैचुरली नाइट्रोजन ते सल्फर ऐड हो जाते हैं एयर दे विच, ठीक है। जिहड़ी एसिड रेन होंदी है उहदा मैं तुहानूं दस चुकी, उहदा pH कितना होंदा है 5.7 दे अराउंड। ओके हुण नाइट्रोजन ते सल्फर ऑक्साइड है जिहड़े उहनां नूं डस्ट पार्टिकल्स दे नाल एयर है जिहड़ी वो मूव करदी एक जगह तो दूसरी जगह, ठीक है, तो फिर वो रेन वाटर नाल मिक्स होके अर्थ ते गिरदे इन द फॉर्म ऑफ एसिड रेन। हुण सल्फ्यूरिक ते नाइट्रिक एसिड, देखो सल्फर डाइऑक्साइड एंड नाइट्रोजन ऑक्साइड है जिहड़े उन्हां दी ऑक्सीडेशन हो जाती है, तो फिर जदों वो वाटर दे नाल रिएक्ट करते हैं तो अपने कोल किहड़ा एसिड फॉर्म हुंदा सल्फ्यूरिक एसिड ते नाइट्रिक एसिड। सो उहदे करके ही जिहड़ा रेन वाटर है वो एसिडिक हुंदा है। ਹੁਣ ਤੁਸੀਂ ਇੱਥੇ देख सकते हो इमेज ਦੇ ਵਿੱਚ काफ़ी ज़्यादा इंडस्ट्रीज़ ने तो ਉੱਥੋਂ सल्फर डाइऑक्साइड ਤੇ नाइट्रोजन डाइऑक्साइड है ਜਿਹੜਾ रिलीज़ हो रहा है। अगर ਆਪਾਂ नैचुरल प्रोसैस की गल करिए नाइट्रोजन के आयन्स ਤੇ सल्फर के आयन्स है ਜਿਹੜੇ वोल्कैनिक इरप्शन तो आ गए, नाइट्रोजन के लाइटनिंग करके आ गए। सो ये ਜਦੋਂ ऑक्सीजन के नाल रिएक्ट करनगे तो अपने कोल की बन जूगा NO2, ओके। तो जो सल्फर के ऑक्सीजन के नाल रिएक्ट करनगे इत्थों की बन जूगा SO2। हुण जो जोड़ा SO2 है, ठीक है, ये एसिड रेन दैट इज वाटर जो प्रेजेंट है एसिड रेन उन्होंने मिक्स होगा तो ऑक्सीजन जी एटमोसफेयर के प्रेजेंट है तो अपने को फाइनली की बनूगा सल्फ्यूरिक एसिड। ओके इतने बैलेंस्ड इक्वेशन लिखी हुई है, सो तुम वो देख लियो, जस्ट मैं थोड़ा समझाने दस रही हूँ। सो सिमिलरली जी नाइट्रोजन डाइऑक्साइड है वो वाटर के नाल ते ऑक्सीजन जो एयर च प्रेजेंट है उन्होंने मिलूगी तो अपने को की बनूगा HNO3 दैट इज नाइट्रिक एसिड। ओके सो इसलिए आप की बोलते हैं एसिड रेन, ठीक है जी। वो तो बाद नैक्सट हुणे एसिड रेन है ये की हार्मफुल इफेक्ट्स हैं। जी एसिड रेन है एग्रीकल्चर प्लांट्स ते एनीमल्स सब लई घातक होंदी है। जिन्ने भी न्यूट्रिएंट्स होंदे ने जो कि इंपॉर्टेंट है प्लांट्स की ग्रोथ ते सर्वाइवल दे लई एसिड रेन नालों सारे वॉश आउट हो जाते हैं, ठीक है। एसिड रेन है जी वो सॉइल की कंपोजिशन के उपर भी असर छड्डदी है। एसिड रेन दे नाल एनीमल्स ते ह्यूमनस का जिहड़े रेस्पिरेशन प्रोसैस है उहदे विच भी रुकावट आती है, रेस्पिरेशन करना मुश्किल हो जाता है, ठीक है, साह लेना औखा हो जाता है। तो ये एसिड रेन जो रिवर्स या पॉन्ड्स च जाती है तो उहदे नाल जिहड़ी एक्वेटिक लाइफ है वो पर्टिकुलर रिवर ते पॉन्ड दी उहदे उपर भी असर पैंदा है, ठीक है। एसिड रेन है जिहड़ी वाटर का कंपोजिशन चेंज कर दिंदी है जिहदे करके जिहड़ी एक्वैटिक इकोसिस्टम है उन्हों सर्वाइवल भी पॉसीबल हो जाता है तो वाटर भी पॉल्यूट हो जाता है। सो वाटर पॉल्यूशन होंदा है। ओके एसिड रेन नाल वाटर पाइप्स का करोजन भी हो जाता है जिहदे नाल जिहड़े हैवी मैटल्स ने जिवें कि आयरन लैड ते कॉपर और ड्रिंकिंग वाटर च चले जाते हैं, ठीक है। ईवन एसिड रेन का बिल्डिंग्स मॉन्यूमेंट्स के उपर भी बहुत बुरा असर पैंदा है, ठीक है।
स्पैशली वो मॉन्यूमेंट्स जिहड़े कि स्टोन्स या फिर मैटल्स के बने हुए हैं। हुण इहदी बेस्ट एग्जाम्पल है ताज महल। ठीक है, ताज महल वन ऑफ द 7 वंडर्स है वर्ल्ड का, तो काफ़ी ज़्यादा इफेक्ट हो रहा है ताज महल के उपर एसिड रेन के नाल। ओके, हुण क्यों हो रहा है? देखो जी आगरा है, आगरा दे विच भी बहुत सारी इंडस्ट्रीज ने, तो वो इंडस्ट्रीज तो सल्फर ते नाइट्रोजन ਜਿਹੜੇ ਆਕਸਾਈਡਸ हैं वो रिलीज़ होंगे ने एटमोसफेयर ਦੇ ਵਿੱਚ। सो जो उत्थे बारिश होंदी है एसिड रेन होंदी है, तो ਉਹਦੇ ਨਾਲ ਜਿਹੜਾ ताज महल ਉਹਦਾ ਜਿਹੜਾ मार्बल ਆ ਉਹ काफ़ी ज़्यादा खराब हो रहा है। ਹੁਣ एसिड रेन है ਜਿਹੜਾ मार्बल ਨੂੰ ਕਿਵੇਂ ਖਰਾਬ ਕਰ ਰਿਹਾ ਹੈ? बेसिकली देखो जो एसिड रेन होंदी है जिवें H2SO4 है, मार्बल ਦੇ ਵਿੱਚ ਆਪਣੇ ਕੋਲ मार्बल है ਜਿਹੜਾ ਉਹ ਕਿਹਦਾ ਬਣਿਆ ਹੁੰਦਾ ਹੈ? कैल्शियम कार्बोनेट ਦਾ ਬਣਿਆ ਹੁੰਦਾ ਜਿਹਦਾ CaCO3 कैमिकल फॉर्मूला है। सो जो ਇਹਦੇ ਨਾਲ रिएक्ट करता तो CaSO4 H2O ਤੇ CO2 बनती है। ठीक है, सो ये नाल की हो रहा है जिहड़ा अपने कोल कैल्शियम सल्फेट है, ठीक है, ਉਹਦੇ ਨਾਲ करोजन हो रही है मार्बल की। ओके, सो एक होर एग्जाम्पल है दी स्टैचू ऑफ लिबर्टी। जिहड़ा स्टैचू ऑफ लिबर्टी वो कॉपर का बनया होया है। सो एसिड रेन की वजह तो वो भी खराब हो रहा है, ऑक्सीडेशन हो जाती है कॉपर की, तो वो करके वो ग्रीन कलर का हो रहा है। ठीक है, सो नैक्सट हुण एसिड रेन तो किवें बचा जा सकता है? सब तो पहली चीज़ एसिड रेन तो बचन का की है कि नाइट्रोजन ते सल्फर जिहड़े ऑक्साइड्स ने उन्हां दा एमिशन घटे एटमोसफेयर चों। ठीक है, एसिड रेन है जिहड़ी होर किवें रुक सकदी है? अगर इंडस्ट्रीज है जिहड़े वो ऐसे मैथड्स नूं अडॉप्ट करना शुरू कर देन कि जिहड़े ऑक्साइड्स ने सल्फर ते नाइट्रोजन दे वो भी एयर दे विच ना जाण। ठीक है, तां ही वो तो बचा जा सकदा है। ਉਹ ਤੋਂ ਬਾਅਦ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਨॉइस पोल्यूशन। नॉइस ਕੀ ਹੁੰਦਾ ਹੈ? साउंड विदाउट वैल्यू। अगर कोई बोल रहा है ਉਹਦਾ बोलना कदों तक नॉइस नहीं है? जब तक कि वो फालतू गल्लां ना करे। ठीक है, हुण टीचर आती है क्लास दे विच वो ऐं बोलती है डोंट मेक नॉइस। ठीक है, शोर पाना बंद करो। सो अगर कोई एवं गल कर रहा है, कोई प्रोडक्टिव गल कर रहा है, उन्होंने आप नॉइस नहीं बोलते। बट जदों बेकार गल्लां स्टार्ट हो जान यूजलैस जिहदी कोई वैल्यू नहीं हैगी, ठीक है, सो उन्होंने आप की बोलांगे नॉइस। जिहड़ी नॉइस है उन्होंने आप किहदे विच मैजर करते हैं? डेसीबल्स दे विच। ये याद रखियो, एन इनक्रीज ऑफ अबाउट 10 डेसीबल इज डबल द इनक्रीज इन लाउडनेस। वर्ल्ड हैल्थ ऑर्गेनाइजेशन जिहड़ी है उन्हें प्रिस्क्राइब किया है कि ऑप्टिमम नॉइस लैवल है जिहड़ा वो कितना हुंदा है? 45 डेसीबल्स डे टाइम ते 35 डेसीबल्स नाइट टाइम ते। अगर 80 डेसीबल्स तो उपर हो जाए तो हैजार्डियस हुंदा है। ओके, नॉइस पोल्यूशन के नाल इरीटेशन होंदी है, ब्लड प्रैशर इनक्रीज हो जाता है, बंदे का टैंपर लूज हो जाता है, मैंटल डिप्रैशन होंदा है तो बंदा गुस्से च आ जाता है। ठीक है, ईवन वर्क की जिहड़ी एफिशिएंसी है वो भी डिक्रीज होंदी है। ठीक है, सुनन की शक्ति के उपर असर पैंदा है। सो ये सब चीज़ां होंदियां ने नॉइस पोल्यूशन के नाल। ओके, एक इत्थे दस्सिया होया है कि अगर ग्रीन बेल्ट लगाई जाए ट्रीज की तो वो काफ़ी ज़्यादा नॉइस नूं एब्जॉर्ब कर लेंदे ने। ओके, सो एंबीएंट नॉइस लैवल मोनीटरिंग, नॉइस पोल्यूशन कंट्रोल एंड रेगुलेशन रूल 2000 ने डिफाइन किया एंबीएंट नॉइस लैवल काफ़ी सारे एरियाज लिए। गवर्नमेंट ऑफ इंडिया ने मार्च 2011 दे विच लॉन्च किया रियल टाइम एंबीएंट नॉइस मॉनीटरिंग नैटवर्क। नैक्सट है वाटर पोल्यूशन। वाटर पोल्यूशन का मतलब की होंदा है? अनडिजायरेबल सबसटांसिस का वाटर दे विच ऐड होना तो वो वाटर का पीन लायक ना रहना, उन्होंने बोलते हैं वाटर पोल्यूशन। ओके, सो जिहड़े नैचुरल सोर्सिस हैं वाटर पोल्यूशन दे की ने? सॉइल इरोजन, लीचिंग ऑफ मिनरल्स रॉक्स तो, ओके, ते ऑर्गैनिक मैटर का डिके होना। उस तो बाद पॉइंट एंड नॉन पॉइंट सोर्सिस पोल्यूशन के किहड़े ने? जो पॉल्यूटेंट्स नूं स्पैसीफिक लोकेशन जिमें कि ड्रेन पाइप जो कि इंडस्ट्री का एफ्लुएंट्स नूं लैके जा रही ने और डायरैक्टली वाटर दे विच छड्ड दित्तियां जांदियां ने, तो उन्होंने बोलते हैं आपां पॉइंट सोर्स पोल्यूशन। यानी कि इंडस्ट्रीज लगी हुई ने, ये इंडस्ट्रीज के नाल कोई रिवर फ्लो कर रही है तो वो की कर रहे हैं? अपने जिहड़ी पाइप्स हैं जिहड़ा गंदा पानी अंदरों लैके आते इंडस्ट्रीज तो डायरैक्टली ये छड्ड देंदे ने, तो उन्होंने आप की बोलांगे पॉइंट सोर्स पोल्यूशन। नॉन पॉइंट सोर्स पोल्यूशन है जिहड़े ਉਹਦੇ ਵਿੱਚ डिस्चार्ज होना पॉल्यूटेंट का डिफ्यूज सोर्सिस तो या लार्जर एरियाज तो, जिमें कि एग्रीकल्चर फील्ड, ग्रेजिंग लैंड, कंस्ट्रक्शन साइट, एबंडेंट माइनस, पिट्स एक्सैक्ट्रा। यानी कि पॉइंट सोर्स पोल्यूशन का किहड़ा हुंदा? जिथों डायरैक्टली जिथों पोल्यूशन फैल रहा है उदों डायरैक्टली वाटर दे विच एमिशन होवे पॉल्यूटेंट्स का। बट नॉन पॉइंट सोर्सिस की है कि डायरैक्टली उत्थों एमिट नहीं हुंदा। ठीक है, अलग अलग जगह तो होके आंदा उत्थे। ओके, दैन वाटर पोल्यूशन के की कॉजेज हैं?
सब तो पहला सैवेज वाटर दे विच की हुंदा है, ਉਹ ਵਾਟਰ ਜਾਂ ਉਹ ਪੋਲਿਊਟੈਂਟਸ ਵਾਟਰ ਦੇ ਵਿੱਚ ਜਿਹੜੇ ਕਿ ਹਾਊਸਿਸ ਜਾਂ ਅਦਰ ਐਸਟੈਬਲਿਸ਼ਮੈਂਟਸ ਤੋਂ ਆਉਂਦੇ ਆ। ਜਿਹੜਾ ਸੈਵੇਜ ਉਹਦੇ ਵਿੱਚ ਹਿਊਮਨ ਤੇ ਐਨੀਮਲ ਦਾ ਐਕਸਕ੍ਰੀਟਾ ਹੁੰਦਾ, ਫੂਡ ਦੇ ਰੈਜ਼ੀਡਿਊ ਹੁੰਦੇ ਆ, ਕਲੀਨਜ਼ਿੰਗ ਏਜੰਟਸ ਹੁੰਦੇ ਤੇ ਡਿਟਰਜੈਂਟਸ ਹੁੰਦੇ ਆ। ਡੋਮੈਸਟਿਕ ਤੇ ਹਸਪੀਟਲ ਸੈਵੇਜ ਹੈ ਜਿਹੜਾ ਉਹਦੇ ਵਿੱਚ ਅਨਡਿਜ਼ਾਇਰੇਬਲ ਪੈਥੋਜੈਨਿਕ ਮਾਈਕਰੋ ਆਰਗੈਨਿਜ਼ਮਸ ਵੀ ਹੁੰਦੇ ਆ। ਸੋ ਉਹਨੂੰ ਆਪਾਂ ਬੋਲਾਂਗੇ ਸੈਵੇਜ ਵਾਟਰ। ਪੇਪਰ 'ਚ ਕਈ ਵਾਰ ਕੁਐਸਚਨ ਆ ਚੁੱਕਾ ਕਿ ਸੈਵੇਜ ਵਾਟਰ ਕਿਹੜਾ ਹੁੰਦਾ। ਸੋ ਐਸਾ ਵਾਟਰ ਜਿਹਦੇ ਵਿੱਚ ਕਿ ਗੰਦਗੀ ਹੋਵੇ ਘਰ ਦੀ या फिर किसी एस्टैब्लिशमेंट दी, फॉर एग्जाम्पल हॉस्पिटल। ठीक है। सो नैक्सट अपने को डिजोल्व ऑक्सीजन। डिजोल्व ऑक्सीजन का मतलब की है कि ऑक्सीजन कितनी घुली हुई है पानी दे विच। अगर आप लेमन टर्म की गल करिए तो देखो हुण जदों भी ऑर्गैनिक या इनऑर्गैनिक वेस्ट पानी दे विच होगा तो उहदे नाल जिहड़ी डिजोल्व ऑक्सीजन कंटेंट है पानी का वो घटूगा। अगर डिजोल्व ऑक्सीजन कंटेंट 8 mg पर लीटर तो घट आया तो आप कहांगे कि पानी कंटैमीनेटिड है। तो अगर वो 4.0 mg पर लीटर तो घट आता है जो DO का कंटेंट है तो बोलांगे कि जो ये पानी है बहुत ज़्यादा पॉल्यूटिड है। ओके, हुण ऑक्सीजन का डिजोल्व होना वाटर दे विच क्यों इंपॉर्टेंट है। उहदे नाल जिहड़ा एक्वैटिक ऑर्गैनिजम्स हैं वो साह लै पाते हैं, उन्होंने भी तो ऑक्सीजन की जरूरत है। ठीक है। सो जो DO कंटेंट होंगे वो इंपॉर्टेंट होंगे एक्वैटिक ऑर्गेनिजम्स की सर्वाइवल के लिए। नंबर ऑफ फैक्टर जिमें कि सरफेस टर्बूलेंस, फोटोसिंथेटिक एक्टिविटी, ठीक है, O2 कंजम्पशन बाय ऑर्गेनिजम्स ते डिकंपोजिशन ऑर्गैनिक मैटर का, ये ऐसे फैक्टर्स हैं जिहदे नाल जिहड़ी अमाउंट है डिजोल्व ऑक्सीजन की जो कि प्रेजेंट है वाटर दे विच ओहदा पता लगता है। ठीक है। अगर पानी दे विच वेस्ट बहुत ज़्यादा वध जूगा तो उहदे नाल जिहड़े बैक्टीरिया वगैरह ने पानी दे उहनूं डिकंपोज ज़्यादा रेट ते करनगे। सो उहदे नाल जिहड़ी O2 की कंजम्पशन है वो ज़्यादा होगी। सो वाटर का जिहड़ा डिजोल्व ऑक्सीजन का कंटेंट है वो घटूगा। ओके, हुण नैक्सट अपने को है बायोलॉजिकल ऑक्सीजन डिमांड, दैट इज BOD। BOD का मतलब क्या होंदा है, ऑक्सीजन की अमाउंट कितनी कंज्यूम हो रही है बैक्टीरिया ते अदर माइक्रो ऑर्गेनिजम्स के द्वारा जदों डिकंपोज कर रहे हैं मैटर नूं एरोबिक कंडीशनस दे विच। एरोबिक कंडीशन किहड़ियां होंदियां ने ऑक्सीजन की प्रेजेंस दे विच। एक होंदी है एनारोबिक कंडीशन जदों डिकंपोजिशन होंदी है जिहड़ी वो ऑक्सीजन की एब्सेंस होंदी है। ठीक है। सो बायोलॉजिकल ऑक्सीजन डिमांड क्या है कि बैक्टीरिया या अदर माइक्रो ऑर्गेनिजम्स नूं कितनी ऑक्सीजन की जरूरत है जदों वो ऑर्गैनिक मैटर नूं डिकंपोज कर रहे हैं। ठीक है। बायोलॉजिकल ऑक्सीजन डिमांड है जिहड़ा वो एक तरीके का मैजर है ऑक्सीजन नूं देखण दा कि कितनी ऑक्सीजन चाहिदी है वेस्ट ऑर्गैनिक मैटर नूं पानी दे विचों रिमूव करन दे लई। ठीक है। अगर आप गल करिए मेन सोर्सिस किहड़े ने BOD दे, लीव्स ते वुडी डेब्रिस, डेड प्लांट एनिमल मैन्योर, एफ्लुएंट्स फ्रॉम पल्प एंड पेपर मिल्स, वेस्ट वाटर ट्रीटमेंट प्लांट्स, फीडलॉट्स, फूड प्रोसैसिंग प्लांट, फेलिंग सैप्टिक सिस्टम ते अर्बन स्टॉर्म वाटर रन ऑफ एक्सैक्ट्रा, ये सोर्सिस हैं BOD दे। ओके, हुण तुसीं जिहड़ी मेन चीज़ याद रखनी है, एक तो पहला पॉइंट, एक आखिरी पॉइंट। अगर BOD ज़्यादा है तो उसका मतलब की है कि ज़्यादा ऑक्सीजन चाहिए बैक्टीरिया या अदर माइक्रो ऑर्गेनिजम्स नूं डिकंपोज करन दे लई, यानी कि जिहड़ी वाटर की क्वालिटी है वो घट है। हुण एक चीज़ ध्यान नाल समझो, सपोज करो ये कोई पौंड है। ठीक है। ये पौंड दे विच कुछ ऑर्गेनिजम्स भी रह रहे हैं जिमें फिशिज वगैरह रह रही ने, इत्थे कुछ एक्वैटिक प्लांट्स वगैरह भी ने। ठीक है। तो ये कुछ माइक्रो ऑर्गेनिजम्स है जिहड़े वो भी रहिंदे ने। हुण अगर ये पानी बहुत ज़्यादा पॉल्यूटिड है तो जिहड़े इहदे विच माइक्रो ऑर्गेनिजम्स ने वो पॉल्यूशन के उपर ज़्यादा वर्क करनगे, ज़्यादा अमाउंट दे विच उहनूं डिकंपोज करनगे। अगर ज़्यादा अमाउंट डिकंपोज करनगे तो उन्होंने ऑक्सीजन की ज़्यादा जरूरत है। सो आपां नूं पता लग जूगा कि पानी ज़्यादा पॉल्यूटिड है। इहदे कंपैरिजन च अगर आप एक होर पौंड लै लैंदे हैं, ठीक है, वो पौंड के आस पास बहुत ज़्यादा सफाई है, उत्थे माइक्रो ऑर्गेनिजम्स ने। ठीक है। तो उत्थे घट इंडस्ट्रीज वगैरह ने जिहड़ियां वो अपना एमिशन रिलीज कर दिया ने। ठीक है। सो अगर वो घट कर दियां तो माइक्रो ऑर्गेनिज्म घट मटीरियल के उपर डिकंपोज करनगे। सो पानी का जिहड़ा ऑक्सीजन लैवल है वो ज़्यादा होगा, यानी कि जिहड़ी माइक्रो ऑर्गेनिज्म नूं ऑक्सीजन BOD है जिहड़ी उन्होंने ऑक्सीजन चाहिए है इस केस दे विच घट है क्योंकि इत्थे पॉल्यूशन घट है। सो घट चीज़ों नूं डिकंपोज करनगे, सो ऑक्सीजन की जिहड़ी यूज़ है वो भी घटूगी। बट ये केस दे विच पॉल्यूशन ज़्यादा है, सो माइक्रो ऑर्गेनिज्म ज़्यादा चीज़ों नूं डिकंपोज करनगे। सो डिकंपोजिशन के लिए उन्होंने ज़्यादा ऑक्सीजन की जरूरत हो, तो आपां नूं पता लग जू कि जिहड़ा पानी है वो ज़्यादा गंदा है एज कंपेयर टू दिस। ओके, उस तो बाद नैक्सट
ਕੈਮੀਕਲ ਆਕਸੀਜਨ ਡਿਮਾਂਡ, ਕੈਮੀਕਲ ਆਕਸੀਜਨ ਡਿਮਾਂਡ ਹੈ ਜਿਹੜੀ ਉਹ ਬੈਟਰ ਮੋਡ ਹੈ ਵਾਟਰ ਪੋਲਿਊਸ਼ਨ ਨੂੰ ਮੈਜ਼ਰ ਕਰਨ ਦਾ ਪਾਣੀ ਦੇ ਵਿੱਚ। ਠੀਕ ਹੈ, ਹੁਣ ਦੇਖੋ ਜਿਹੜੀ COD ਹੈ ਉਹ ਮੈਜ਼ਰ ਕਰਦੀ ਹੈ ਕਿ ਕਿੰਨਾ ਆਕਸੀਜਨ ਇਨ ਪਾਰਟਸ ਪਰ ਮਿਲੀਅਨ ਚਾਹੀਦਾ ਹੈ ਆਕਸੀਡਾਈਜ਼ ਕਰਨ ਦੇ ਲਈ ਆਰਗੈਨਿਕ that is biodegradable ਤੇ non biodegradable ਮਟੀਰੀਅਲ ਨੂੰ ਤੇ ਇਨਆਰਗੈਨਿਕ ਕੰਪਾਊਂਡਸ ਨੂੰ ਜੋ ਕਿ ਪਾਣੀ ਦੇ ਵਿੱਚ ਨੇ। ਇਹਦੇ ਵਿੱਚ ਕੀ ਹੈ ਕਿ ਜਿਹੜਾ COD ਹੈ ਉਹ ਮੈਜ਼ਰ ਕਰਦਾ ਅਮਾਊਂਟ ਆਫ ਆਕਸੀਜਨ ਇਨ ਪਾਰਟਸ ਪਰ ਮਿਲੀਅਨ ਰਿਕੁਆਇਰਡ। ਠੀਕ ਹੈ, ਸੋ ਨੈਕਸਟ ਆਪਾਂ ਪੜ੍ਹਦੇ ਇੰਡਸਟਰੀਅਲ ਵੇਸਟ ਦੇ ਬਾਰੇ। ਦੇਖੋ ਇੰਡਸਟਰੀਅਲ ਵੇਸਟ ਆਪਾਂ ਕਿਹਨੂੰ ਬੋਲਾਂਗੇ, ਇੰਡਸਟਰੀਜ਼ ਜੋ ਆਪਣਾ ਐਮਿਸ਼ਨ ਛੱਡ ਰਹੀਆਂ ਨੇ, ਜੋ ਗੰਦਾ ਪਾਣੀ ਇੰਡਸਟਰੀਜ਼ ਚੋਂ ਆ ਰਿਹਾ ਹੈ ਜਿਨ੍ਹਾਂ ਨੂੰ ਰਿਵਰਸ ਦੇ ਵਿੱਚ ਛੱਡ ਦਿੰਦੇ ਉਹਨੂੰ ਬੋਲਾਂਗੇ ਇੰਡਸਟਰੀਅਲ ਵੇਸਟ। ਜਿਹੜਾ ਇੰਡਸਟਰੀਅਲ ਵੇਸਟ ਹੁੰਦਾ ਉਹਦੇ ਵਿੱਚ ਕੀ ਕੀ ਹੁੰਦਾ, ਕਾਫੀ ਜ਼ਿਆਦਾ ਟੌਕਸਿਕ ਸਬਸਟੈਂਸ ਹੁੰਦੇ ਆ, ਹੈਵੀ ਮੈਟਲਸ ਵੀ ਪਾਏ ਜਾਂਦੇ ਆ ਜਿਵੇਂ ਕਿ ਕੈਡਮੀਅਮ, ਮਰਕਰੀ, ਕਾਪਰ, ਲੈਡ, ਆਰਸੈਨਿਕ ਵਗੈਰਾ, ਤੇ ਉਹਦੇ ਵਿੱਚ ਆਰਗੈਨਿਕ ਕੰਪਾਊਂਡਸ ਵੀ ਹੁੰਦੇ ਆ। ਉਹ ਤੋਂ ਬਾਅਦ ਨੈਕਸਟ ਹੈ ਐਗਰੀਕਲਚਰ ਸੋਰਸਿਸ। ਹੁਣ ਐਗਰੀਕਲਚਰ ਸੋਰਸਿਸ ਦੇ ਵਿੱਚ ਕੀ ਹੋਊਗਾ, ਐਗਰੀਕਲਚਰ ਫੀਲਡ ਚੋਂ ਵੀ ਜਿਹੜਾ ਪਾਣੀ ਹੈ ਉਹ ਰਿਵਰਸ 'ਚ ਜਾਂਦਾ ਤੁਹਾਨੂੰ ਦਿਖ ਜਾਊਗਾ। ਠੀਕ ਹੈ, ਹੁਣ ਜਿਹੜਾ ਉਹ ਪਾਣੀ ਹੁੰਦਾ ਜੋ ਐਗਰੀਕਲਚਰ ਫੀਲਡ 'ਚੋਂ ਆਉਂਦਾ ਹੈ ਉਹ ਹਮੇਸ਼ਾ ਵਧੀਆ ਨਹੀਂ ਹੁੰਦਾ, ਉਹਦੇ ਵਿੱਚ ਕਈ ਵਾਰ ਕਾਫੀ ਸਾਰੇ ਸਾਲਟਸ ਵੀ ਦੇਖਣ ਨੂੰ ਮਿਲਦੇ ਆ ਜਿਵੇਂ ਨਾਈਟ੍ਰੇਟ, ਫਾਸਫੇਟ, ਐਮੋਨੀਆ ਜਾਂ ਫਿਰ ਨਿਊਟ੍ਰੀਐਂਟਸ ਵੀ ਹੁੰਦੇ ਆ ਬਟ ਸਾਲਟਸ ਵੀ ਹੁੰਦੇ ਆ। ਹੁਣ ਇਹ ਸਾਲਟਸ ਕਿੱਥੋਂ ਆਉਂਦੇ ਆ, ਪੈਸਟੀਸਾਈਡਸ, ਫੰਜੀਸਾਈਡਸ ਵਗੈਰਾ ਦਾ ਯੂਜ਼ ਕੀਤਾ ਜਾਂਦਾ ਹੈ ਖੇਤਾਂ ਦੇ ਵਿੱਚ। ਠੀਕ ਹੈ, ਸੋ ਉੱਥੇ ਜਿਹੜੇ ਉਹਨਾਂ ਵਿੱਚ ਅਲਟੀਮੇਟਲੀ ਕੈਮੀਕਲਸ ਨੇ ਉਹ ਜਾਂ ਤਾਂ ਅੱਧੇ ਕ੍ਰੌਪਸ ਚਲੇ ਜਾਂਦੇ ਆ ਜਾਂ ਅੱਧੇ ਉਹ ਜਦੋਂ ਪਾਣੀ ਆਉਂਦਾ ਐਗਰੀਕਲਚਰ ਫੀਲਡ 'ਚੋਂ ਰਿਵਰ ਦੇ ਵਿੱਚ ਉਹਦੇ ਵਿੱਚ ਮਿਲ ਜਾਂਦੇ ਆ ਜਾ ਕੇ। ਠੀਕ ਹੈ, ਸੋ ਐਗਰੀਕਲਚਰ 'ਚੋਂ ਵੀ ਜਿਹੜਾ ਆਪਣੇ ਕੋਲ ਵਾਟਰ ਰਿਲੀਜ਼ ਹੁੰਦਾ ਉਹ ਹਮੇਸ਼ਾ ਅੱਛਾ ਨਹੀਂ ਹੁੰਦਾ, ਉਹਦੇ ਵਿੱਚ ਵੀ ਕਾਫੀ ਕੁਛ ਕੰਟੈਮੀਨੇਟਿਡ ਚੀਜ਼ਾਂ ਹੁੰਦੀਆਂ ਨੇ, ਅਲੱਗ-ਅਲੱਗ ਤਰੀਕੇ ਦੇ ਸਾਲਟਸ ਹੁੰਦੇ ਆ। ਠੀਕ ਹੈ, ਸੋ ਇੱਥੇ ਇਹ ਗੱਲ ਕੀਤੀ ਹੋਈ ਹੈ ਕਿ ਜਿਹੜੇ ਫਰਟੀਲਾਈਜ਼ਰਸ ਹੈ ਉਹਨਾਂ ਵਿੱਚ ਕਾਫੀ ਜ਼ਿਆਦਾ ਨਿਊਟ੍ਰੀਐਂਟਸ ਹੁੰਦੇ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਤੇ ਐਕਸੈਸ ਫਰਟੀਲਾਈਜ਼ਰ ਦਾ ਜਦੋਂ ਯੂਜ਼ ਕੀਤਾ ਜਾਂਦਾ ਤਾਂ ਗਰਾਊਂਡ ਵਾਟਰ ਦੇ ਨਾਲ ਜਾ ਕੇ ਮਿਲ ਜਾਂਦੇ ਨੇ ਉਹ, ਤਾਂ ਉਹਨਾਂ ਨਾਲ ਵਾਟਰ ਪੋਲਿਊਸ਼ਨ ਫੈਲਦਾ। ਠੀਕ ਹੈ, ਜਿਹੜੇ ਪੈਸਟੀਸਾਈਡਸ ਹਨ ਜਿਵੇਂ ਕਿ ਇਨਸੈਕਟੀਸਾਈਡ, ਫੰਜੀਸਾਈਡ, ਹਰਬੀਸਾਈਡਸ, ਇਹਨਾਂ ਵਿੱਚ ਵੀ ਕਾਫੀ ਅਲੱਗ-ਅਲੱਗ ਤਰੀਕੇ ਦੇ ਕੈਮੀਕਲਸ ਹੁੰਦੇ ਆ ਜਿਵੇਂ DDT ਹੋ ਗਿਆ, ਐਂਡੋਸਲਫਾਨ ਹੋ ਗਿਆ, ਆਰਗੈਨੋਫਾਸਫੇਟ ਹੋ ਗਿਆ, ਮੈਟੈਲਿਕ ਸਾਲਟਸ ਜਾਂ ਕਾਰਬੋਨੇਟਸ ਹੋ ਗਏ, ਇਹ ਵੀ ਅਲਟੀਮੇਟਲੀ ਜਾ ਕੇ ਗਰਾਊਂਡ ਵਾਟਰ ਨੂੰ ਖਰਾਬ ਕਰਦੇ ਨੇ। ਠੀਕ ਹੈ, ਕਾਫੀ ਸਾਰੇ ਪੈਸਟੀਸਾਈਡਸ ਐਸੇ ਹੁੰਦੇ ਜਿਹੜੇ ਨॉन डिग्रेडेबल ਹੁੰਦੇ ਆ ਤੇ ਉਹ ਕਾਫੀ ਦੇਰ ਤੱਕ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਆ। ਸਿਮਿਲਰਲੀ ਪੋਲਟਰੀ ਫਾਰਮਸ ਹੋ ਗਏ ਜਾਂ ਸਲੌਟਰ ਹਾਊਸਿਸ ਹੋ ਗਿਆ, ਉੱਥੋਂ ਵੀ ਕਾਫੀ ਸਾਰਾ ਵੇਸਟ ਹੈ ਜਿਹੜਾ ਉਹ ਅਲਟੀਮੇਟਲੀ ਕਿੱਥੇ ਜਾਂਦਾ ਹੈ, ਵਾਟਰ ਦੇ ਵਿੱਚ। ਠੀਕ ਹੈ, ਰਿਵਰ ਵਾਟਰ ਦੇ ਵਿੱਚ ਜਾਂ ਗਰਾਊਂਡ ਵਾਟਰ ਦੇ ਵਿੱਚ, ਸੋ ਉਹਦੇ ਨਾਲ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ। ਸੋ ਨੈਕਸਟ ਆਪਣੇ ਕੋਲ ਹੈ ਥਰਮਲ ਐਂਡ ਰੇਡੀਏਸ਼ਨ ਪੋਲਿਊਸ਼ਨ। ਹੁਣ ਦੇਖੋ ਆਪਣੇ ਕੋਲ ਕਈ ਇੰਡਸਟਰੀਜ਼ ਨੇ ਜਿਵੇਂ ਥਰਮਲ ਨਿਊਕਲੀਅਰ ਐਨਰਜੀ ਹੋ ਗਈ, ਕੈਮੀਕਲ ਐਨਰਜੀ ਹੋ ਗਈ ਜਾਂ ਫਿਰ ਕੋਈ ਹੋਰ ਇੰਡਸਟਰੀ, ਉਹਦੇ ਵਿੱਚ ਕੀ ਕਰਦੇ ਆ, ਪਾਣੀ ਦਾ ਯੂਜ਼ ਕੀਤਾ ਜਾਂਦਾ ਹੈ ਠੰਡਾ ਕਰਨ ਦੇ ਲਈ। ਠੀਕ ਹੈ, ਹੁਣ ਜਦੋਂ ਪਾਣੀ ਨੂੰ ਯੂਜ਼ ਕਰਨਗੇ ਕਿਸੇ ਚੀਜ਼ ਨੂੰ ਠੰਡਾ ਕਰਨ ਦੇ ਲਈ, ਮਤਲਬ ਜਿਹੜਾ ਵੇਸਟ ਵਾਟਰ ਰਿਲੀਜ਼ ਹੋ ਰਿਹਾ ਉਹ ਗਰਮ ਪਾਣੀ ਹੋਊਗਾ, ਕੋਈ ਗਰਮ ਚੀਜ਼ ਨੂੰ ਠੰਡਾ ਕਰ ਰਹੇ ਹੋ ਪਾਣੀ ਦੇ ਨਾਲ, ਤਾਂ ਜਿਹੜਾ ਪਾਣੀ ਐਮਿਟ ਹੋਊਗਾ ਗਰਮ ਹੋਊਗਾ। ਹੁਣ ਜਦੋਂ ਇਹ ਗਰਮ ਪਾਣੀ ਰਿਵਰ, ਓਸ਼ਨ, ਸਟਰੀਮਸ 'ਚ ਜਾਂਦਾ ਤਾਂ ਇਹ ਕੀ ਕਰਦਾ 10 to 15 ਡਿਗਰੀ ਵਾਟਰ ਦਾ ਟੈਂਪਰੇਚਰ ਇਨਕਰੀਜ਼ ਕਰ ਦਿੰਦਾ ਹੈ। ਠੀਕ ਹੈ, ਸੋ ਇਹਦੇ ਨਾਲ ਕੀ ਹੁੰਦਾ ਹੈ, ਜਿਹੜੀ ਡਿਜ਼ੋਲਵ ਆਕਸੀਜਨ ਹੈ ਵਾਟਰ ਦੇ ਵਿੱਚ ਉਹਦਾ ਲੈਵਲ ਹੈ ਜਿਹੜਾ ਉਹ ਘੱਟ ਜਾਂਦਾ ਹੈ। ਠੀਕ ਹੈ, ਤੇ ਜਿਹੜੇ ਆਰਗੈਨਿਕ ਆਰਗੈਨਿਜ਼ਮਸ ਨੇ ਉਹਨਾਂ ਨੂੰ ਲਈ ਇੱਕ ਤਾਂ ਘੱਟ ਆਕਸੀਜਨ ਅਵੇਲੇਬਲ ਹੁੰਦਾ ਵਾਟਰ ਦੇ ਵਿੱਚ, ਤੇ ਨੈਕਸਟ ਉਹ ਯੂਜ਼ ਟੂ ਨਹੀਂ ਹੁੰਦੇ ਇੰਨੇ ਜ਼ਿਆਦਾ ਟੈਂਪਰੇਚਰ ਨੂੰ ਝੇਲਣ ਦੇ ਲਈ। ਠੀਕ ਹੈ, ਸੋ ਕਾਫੀ ਸਾਰੀ ਫਿਸ਼ਿਸ ਤੇ ਐਕਵੈਟਿਕ ਐਨੀਮਲਸ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਸ ਕਾਰਨ ਦੇ ਨਾਲ। ਓਕੇ, ਹੁਣ ਜਿਹੜਾ ਥਰਮਲ ਪੋਲਿਊਸ਼ਨ ਹੈ ਇਹਨੂੰ ਕਿਵੇਂ ਰਿਡਿਊਸ ਕੀਤਾ ਜਾ ਸਕਦਾ ਹੈ, ਹੌਟ ਵਾਟਰ ਨੂੰ ਸਟੋਰ ਕਰਕੇ ਕੂਲਿੰਗ ਪੌਂਡਸ ਦੇ ਵਿੱਚ ਤੇ ਉਹਨਾਂ ਨੂੰ ਫਿਰ ਠੰਡਾ ਹੋਣ ਦਿੱਤਾ ਜਾਵੇ ਵਾਟਰ ਬੋਡੀ 'ਚ ਛੱਡਣ ਤੋਂ ਪਹਿਲਾਂ। ਨਿਊਕਲੀਅਰ ਐਕਸੀਡੈਂਟਸ ਜਿਹੜੇ ਕਿ ਵਾਟਰ ਬੋਡੀਜ਼ ਦੇ ਕੋਲ ਹੁੰਦੇ ਆ ਜਾਂ ਨੈਚੁਰਲ ਕੈਲਮਿਟੀਜ਼ ਦੇ ਕਾਰਨ ਹੁੰਦੇ ਆ ਜਿਵੇਂ ਸੁਨਾਮੀਜ਼ ਜਾਂ ਅਰਥਕੁਏਕਸ ਦੇ ਕਾਰਨ ਹੋ ਗਿਆ, ਉਹਦੇ ਨਾਲ ਵੀ ਕਾਫੀ ਜ਼ਿਆਦਾ ਰੇਡੀਏਸ਼ਨ ਹੈ ਜਿਹੜੀਆਂ ਉਹ ਲੀਕ ਹੋ ਜਾਂਦੀਆਂ ਨੇ ਵਾਟਰ ਬੋਡੀਜ਼ ਦੇ ਵਿੱਚ। ਠੀਕ ਹੈ, ਸੋ ਉਹਦੇ ਨਾਲ ਵੀ ਰੇਡੀਏਸ਼ਨ ਜਾਂ ਥਰਮਲ ਪੋਲਿਊਸ਼ਨ ਹੋ ਸਕਦਾ ਹੈ ਜਿਵੇਂ ਕਿ ਫੁਕੂਸ਼ੀਮਾ ਡਾਈਚੀ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ। ਠੀਕ ਹੈ, ਉਹ ਤੋਂ ਬਾਅਦ ਹੁਣ ਜਦੋਂ ਇਹ ਰੇਡੀਏਸ਼ਨ ਆਰਗੈਨਿਜ਼ਮਸ ਦੇ ਕੋਲ ਜਾਂਦਾ ਹੈ ਜਿਹੜੇ ਵਾਟਰ ਬੋਡੀਜ਼ 'ਚ ਰਹਿੰਦੇ ਨੇ, ਠੀਕ ਹੈ, ਤਾਂ ਕੀ ਹੁੰਦਾ ਉਹਨਾਂ ਦੀ ਜਿਹੜੀ DNA ਉਹਦੇ ਵਿੱਚ ਮਿਊਟੇਸ਼ਨਸ ਹੋ ਜਾਂਦੇ ਆ ਤੇ ਇਹ ਮਿਊਟੇਸ਼ਨਸ ਜਿਹੜੇ ਹੁੰਦੇ ਨੇ ਰਿਪੇਅਰ ਨਹੀਂ ਹੋ ਸਕਦੇ, ਸੋ ਜਿਹੜਾ ਸੈੱਲ ਹੈ ਉਹ ਕਾਫੀ ਜ਼ਿਆਦਾ ਕੈਂਸਰੀਅਸ ਪ੍ਰੂਵ ਹੋ ਜਾਂਦਾ ਉਹਨਾਂ ਦੇ ਲਈ। ਠੀਕ ਹੈ, ਰੇਡੀਓ ਐਕਟਿਵ ਆਇਓਡੀਨ ਹੈ ਜਿਹੜੀ ਜਦੋਂ ਇਹ ਕੋਈ ਵੀ ਹਿਊਮਨ ਇਹਨੂੰ ਅਗਰ ਐਬਜ਼ੌਰਬ ਕਰ ਲੇ ਥਰੂ ਵਾਟਰ, ਠੀਕ ਹੈ, ਤਾਂ ਕੀ ਹੁੰਦਾ ਹੈ ਥਾਇਰੋਇਡ ਗਲੈਂਡ ਹੈ ਜਿਹੜਾ ਆਪਣੇ ਅੰਦਰ ਉਹ ਇਹਨੂੰ ਐਬਜ਼ੌਰਬ ਕਰ ਲੈਂਦਾ ਤੇ ਇਹਦੇ ਨਾਲ ਥਾਇਰੋਇਡ ਕੈਂਸਰ ਹੈ ਜਿਹੜਾ ਉਹ ਵੀ ਹੋ ਸਕਦਾ ਹੈ। ਓਕੇ, ਅਗਰ ਰੇਡੀਓ ਐਕਟਿਵ ਆਇਓਡੀਨ ਨੂੰ ਆਪਾਂ ਕੰਜ਼ਿਊਮ ਕਰ ਲਈਏ।
दैन मैरीन पॉल्यूशन, ओशनस है जिहड़े वो सिंक है सारे नैचुरल ते मैन मेड पॉल्यूटेंट्स आ। सैवरेज ते गारबेज जिहड़ा कोस्टल सिटीज़ दा उहनूं भी डायरैक्टली सी दे विच छड्डिया जांदा है, ठीक है। ईवन ऑयल, ग्रीस, डिटर्जेंट, सैवेज, गारबेज, रेडियो एक्टिव वेस्ट, ऑयल स्पिल, ये सारा कुछ लोग कित्थे पहुंचा दिंदे ने ओशनस दे विच डिस्चार्ज कर करके। हुण अपने कोल नैक्सट टर्म है ऑयल स्पिल। मोस्ट कॉमन कॉज है जिहड़ा ऑयल स्पिल दा वो की है, लीकेज होना मैरीन ट्रांसपोर्ट के दौरान। देखो आप बहुत बार देखते हैं जो एक कंट्री तो किसी दूसरी कंट्री दे विच पेट्रोल वगैरह डीजल वगैरह लैके जाया जांदा तो कई बार लीकेज हो जाती है, ठीक है। हुण जो लीकेज हो गई तो की होगा, वो जो सारा ऑयल है स्टोरेज टैंक दे विच जो जांदा है वो सारा समुंदर च फैल जाता है, ठीक है। ना तो वो नाल मिक्स हो सकता है ना कुछ होर। सो अल्टीमेटली जिहड़ी मैरीन लाइफ हुंदी है उत्थे दी ਉਹਦੇ ਉੱਤੇ बहुत ज़्यादा फर्क पैंदा है तो अल्टीमेटली उन्होंने डैथ हो जाती है, ठीक है। बिकॉज जो ऑयल प्रेजेंट होंदा है जो लैके जाया जाता है एक जगह तो दूसरी जगह, अगर वो पानी दे विच गिर जाए तो ऑयल है जोड़ा वो पानी दे नाल मिक्स नहीं होंदा, वो पानी दे उपर एक लेयर बना लैंदा है। और लेयर की वजह तो जोड़े माइक्रो ऑर्गेनिजम्स या प्लांट्स या एनीमल्स जोड़े वाटर च रहिंदे ने उन्हां दी सफोकेशन दे नाल डैथ हो जाती है, ओके। उस तो बाद नैक्सट इन्वेसिव species, plants of water hyacinth are world's most problematic aquatic weed, also called terror of Bengal, ठीक है। जेड़े वाटर हाइसिन इन्हों टैरर ऑफ बंगाल भी बोलते हैं, ओके। ये यूट्रॉफिक वाटर बॉडीज दे विच ग्रो करते हैं ते इकोसिस्टम नूं हिला दिंदे ने, ठीक है। इन्हां दी अगर काफ़ी ज़्यादा ग्रोथ हो जाए तो यह पॉल्यूटिड वाटर का स्टैगनेशन कर देंगे, मतलब पॉल्यूटिड वाटर फिर एक जगह पर खड़ा रहता है, वो इधर उधर मूव नहीं होंदा, ठीक है। सो वो नाल जिहड़े वाटर बॉडी आ उहदा काम तमाम हो जाता है, मतलब वो इकोसिस्टम पूरी तरीके नाल डिस्ट्रॉय हो जाता है। उस तो बाद नैक्सट अंडरग्राउंड वाटर पोल्यूशन। इंडिया दे विच जिहड़ा अंडरग्राउंड वाटर है वो भी काफ़ी ज़्यादा कंटैमीनेट हो रहा है बिकॉज इंडस्ट्रीज़ दे विचों या म्यूनसिपल वेस्ट वगैरह जिहड़ा वो डायरैक्टली ग्राउंड वाटर दे विच जा रहा है। पॉल्यूटेंट्स जिमें कि फ्लोराइड्स, यूरेनियम, हैवी मैटल, न्यूट्रीएंट्स वगैरह जिमें नाइट्रेट, फॉस्फेट है वो कॉमनली तुहानूं देखण नूं मिल जाणगे ग्राउंड वाटर दे विच। सो नैक्सट है नाइट्रेट। हुण देखो अगर नाइट्रेट बहुत ज़्यादा अमाउंट दे विच ग्राउंड वाटर 'च चले जान तो उहदे नाल की हुंदा है, अगर आप वो पानी पी लीए जिहदे विच बहुत ज़्यादा नाइट्रेट ने तो हीमोग्लोबिन नाल नाइट्रेट जाके रिएक्ट कर दिंदा है, तो उहदे नाल एक कंडीशन फॉर्म हुंदी है जिन्होंने आपां बोलदे हैं ब्लू बेबी सिंड्रोम, ठीक है। बेसिकली ऑक्सीजन है जिहड़ा फिर वो ब्लड दे नाल ट्रांसपोर्ट नहीं हो पाता, ठीक है। सो अल्टीमेटली काफ़ी ज़्यादा नुकसान हो जाता अपनी बॉडी नूं, ओके। उस तो बाद नैक्सट आर्सेनिक। सीपेज ऑफ इंडस्ट्रियल एंड मेरीन डिस्चार्ज, फ्लाई एश पॉन्ड्स ऑफ थर्मल प्लांट कैन लीड टू आर्सेनिक इन ग्राउंड वाटर। सो आर्सेनिक कित्थों आंदा ग्राउंड वाटर दे विच, इंडस्ट्रियल या माइन डिस्चार्ज तो, फ्लाई एश तो, ठीक है। इंडिया ते बांग्लादेश दे विच बहुत सारे लोग हैं जिहड़े वो ऐसा पानी पींदे हैं जिहड़ा आर्सेनिक दे नाल कंटैमीनेटेड हुंदा है, ते जिहड़ा पानी हुंदा है काफ़ी ज़्यादा टॉक्सिक ते डेंजरस हुंदा है, ओके। आर्सेनिक दे नाल ब्लैक फुट डिजीज़ है जिहड़े हो सकते हैं, ईवन डायरिया, लंग ते स्किन कैंसर भी हो सकता है। उस तो बाद है फ्लोराइड। अगर बहुत ज़्यादा फ्लोराइड ड्रिंकिंग वाटर च होवे तो नाल न्यूरोमस्कुलर डिसऑर्डर्स, गैस्ट्रोइंटेस्टिनल प्रॉब्लम्स, टीथ डिफॉर्मिटी, हार्डनिंग ऑफ बोन्स, स्टिफ एंड पेनफुल जॉइंट्स, ये सारी प्रॉब्लम्स हो सकदियां ने, ठीक है। पेन बोन्स ते जॉइंट दे विच होना ते ब्लीडिंग होना लैग्स दी नीज तो उन्होंने आपां बोलते हैं नॉक नी सिंड्रोम। सो फ्लोराइड अगर पानी दे विच बहुत ज़्यादा अमाउंट होवे उहदे नाल हो जाती है। पेपर चों तुहानूं की क्वेश्चन आ सकते हैं भी किहड़ी चीज़ अगर ज़्यादा अमाउंट है तो उहदे नाल की हो सकता है, जिवें अगर पुछ लिया कि आर्सेनिक ज़्यादा अमाउंट है तो उहदे नाल ब्लैक फुट डिजीज़ हो सकता है, फ्लोराइड ज़्यादा अमाउंट है तो उहदे नाल नॉक नी सिंड्रोम हो सकता है, ठीक है। सो ये याद रखिए। सो नैक्सट आप टॉपिक पढ़न जा रहे हैं यूथरोफिकेशन। देखो ये काफ़ी इंपॉर्टेंट टॉपिक है, ओके। इहनूं मैं तुहानूं सारा लेमन टर्म च समझाऊंगी ताकि तुहाडे माइंड दे विच इहदा कंसैप्ट है जिहड़ा पूरा अच्छे तरीके नाल बैठ जाए। देखो हुण की हुंदा है, सपोज करो ये कोई लेक है तो लेक दे अराउंड काफ़ी सारी एग्रीकल्चर फील्ड्स ने, ठीक है। सो इहदे अराउंड काफ़ी ज़्यादा खेत ने। हुण वो खेतां चों की हुंदा है पानी है जिहड़ा वो लेक दे विच आंदा रहिंदा है, ठीक है। हुण ਆਪਾਂ ਨੂੰ पता है कि अजकल खेतों के विच बहुत ज़्यादा अमाउंट के फर्टिलाइजर्स जिहड़े ने, पैसटीसाइड्स ने, इंसैक्टीसाइड्स ने या हर्बीसाइड्स ने, इन्हां दा यूज़ किया जाता है। जिहड़े ये सारे चीज़ां ने इन्हां विच की हुंदे हैं बेसिकली न्यूट्रीएंट्स हुंदे ने,
ठीक है, जिमें नाइट्रोजन फॉस्फोरस वगैरह ये सारे होंगे ने। हुण जदों ये पानी खेतां चों किसी लेक या पौंड दे विच आंदा है तां उहदे नाल नाल जिहड़े आ सारे न्यूट्रीएंट्स ने ये भी आंदे ने। ठीक है, हुण इन्ना कुछ चीज़ तुहानूं समझ आ गई। ओके, हुण देखो अगर तां जिहड़ी लेक है ਉਹਦੇ ਵਿੱਚ ਨਿਊਟ੍ਰੀਐਂਟਸ ਜਿਹੜੇ ਨੇ ਉਹ ਸਹੀ ਅਮਾਉਂਟ 'ਚ ਜਾ ਰਹੇ ਨੇ ਤਾਂ ਉਹਦੇ ਵਿੱਚ ਲੇਕ ਦੇ ਵਿੱਚ ਐਲਗੀ ਐਕੁਐਟਿਕ ਪਲਾਂਟਸ ਜਾਂ ਵੇਰੀਅਸ ਜਿਹੜੇ ਹੋਰ ਪਲਾਂਟਸ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਗਰੋਥ ਹੋਊਗੀ, ਮਤਲਬ ਉਹਨੂੰ ਆਪਾਂ ਬੋਲਦੇ ਹਾਂ ਨੈਚੁਰਲ ਯੂਥਰੋਫਿਕੇਸ਼ਨ, ਮਤਲਬ ਉਹ ਚੀਜ਼ ਅੱਛੀ ਹੈ। ਬਟ ਹੁਣ ਹਿਊਮਨ ਇਨਵੋਲਵਮੈਂਟ ਦੇ ਕਰਕੇ ਅਗਰ ਇਹ ਚੀਜ਼ ਬਹੁਤ ਜ਼ਿਆਦਾ ਭਾਰੀ ਅਮਾਉਂਟ 'ਚ ਹੋਣ ਲੱਗ ਜੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਕਲਚਰਲ ਯੂਥਰੋਫਿਕੇਸ਼ਨ, ਅਤੇ ਉਹ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ। ਹੁਣ ਇੱਕ ਚੀਜ਼ ਹੋਰ ਦੇਖੋ, ਫਿਰ ਆਪਾਂ ਹੋਰ ਅੱਛੇ ਤਰੀਕੇ ਨਾਲ ਇਹ ਕੰਸੈਪਟ ਪੜ੍ਹਾਂਗੇ। ਅਗਰ ਆਪਾਂ ਨਿਊਟਰੀਐਂਟ ਕੰਟੈਂਟ ਦੇ ਬੇਸਿਸ 'ਤੇ ਦੇਖੀਏ ਤਾਂ ਜਿਹੜੇ ਲੇਕਸ ਹੈ ਉਹਨੂੰ ਆਪਾਂ 3 ਕੈਟੇਗਰੀ 'ਚ ਡਿਵਾਈਡ ਕਰ ਸਕਦੇ ਹਾਂ। ਓਲੀਓਟ੍ਰੋਫਿਕ ਜਿਹਦੇ ਵਿੱਚ ਬਹੁਤ ਜ਼ਿਆਦਾ ਘੱਟ ਨਿਊਟਰੀਐਂਟਸ ਹੋਣ, ਮੀਜ਼ੋਟ੍ਰੋਫਿਕ ਮਤਲਬ ਮੋਡਰੇਟ ਲੈਵਲ ਦੇ ਨਿਊਟਰੀਐਂਟਸ ਹੋਣ, ਅਤੇ ਯੂਰੋਟ੍ਰੋਫਿਕ ਮਤਲਬ ਕਾਫੀ ਜ਼ਿਆਦਾ ਆਪਣੇ ਕੋਲ ਨਿਊਟਰੀਐਂਟਸ ਹੈ। ਠੀਕ ਹੈ, ਹੁਣ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਮੋਸਟ ਆਫ ਦਾ ਲੇਕਸ ਹੈ ਜਿਹੜੇ ਯੂਰੋਟ੍ਰੋਫਿਕ ਅਤੇ ਮੀਜ਼ੋਟ੍ਰੋਫਿਕ ਨੇ, ਬਿਕੋਜ਼ ਕਾਫੀ ਜ਼ਿਆਦਾ ਨਿਊਟਰੀਐਂਟਸ ਹੈ ਜਿਹੜੇ ਉਹਨਾਂ ਵਿੱਚ ਐਂਟਰ ਹੋ ਰਹੇ ਨੇ ਸਰਾਊਂਡਿੰਗ ਤੋਂ। ਹੁਣ ਦੇਖੋ ਹੁਣ ਹੁਣ ਆਪਾਂ ਪੜ੍ਹਦੇ ਹਾਂ ਐਲਗਲ ਬਲੂਮ ਕੀ ਹੁੰਦਾ। ਯੂਥਰੋਫਿਕੇਸ਼ਨ ਦਾ ਤੁਹਾਨੂੰ ਸਮਝ ਆ ਗਿਆ ਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਨਿਊਟਰੀਐਂਟਸ ਦਾ ਜਾਣਾ ਜਿਹਦੇ ਕਰਕੇ ਐਲਗੀ ਦੀ ਫਾਰਮੇਸ਼ਨ ਹੋ ਜਾਂਦੀ ਹੈ। ਹੁਣ ਦੇਖੋ ਹੁਣ ਅਲਟੀਮੇਟਲੀ ਕੀ ਹੈ, ਅਗਰ ਤੁਸੀਂ ਇਹ ਡਾਇਗਰਾਮ ਦੇਖੋ ਇੱਥੇ ਹੌਲੀ ਹੌਲੀ ਪਹਿਲਾਂ ਜਿਵੇਂ ਜਿਵੇਂ ਨਿਊਟਰੀਐਂਟਸ ਜਾਏ ਜਾ ਰਹੇ ਉਵੇਂ ਉਵੇਂ ਐਲਗੀ ਦੀ ਫਾਰਮੇਸ਼ਨ ਹੋਈ ਜਾ ਰਹੀ ਹੈ। ਤਾਂ ਅਲਟੀਮੇਟਲੀ ਕੀ ਹੋਊਗਾ, ਜਿਹੜੀ ਪੂਰੀ ਟੌਪ ਲੇਅਰ ਹੈ ਉਹ ਐਲਗੀ ਦੀ ਫਾਰਮੇਸ਼ਨ ਨਾਲ ਭਰ ਜੂਗੀ। ਬੇਸਿਕਲੀ ਐਲਗੀ ਕਿਹੜੀ ਫਾਈਟੋਪਲੈਂਕਟਨਸ ਹੁੰਦੇ ਆ ਉਹ। ਠੀਕ ਹੈ, ਛੋਟੇ ਛੋਟੇ ਮਾਈਕਰੋ ਆਰਗੈਨਿਜ਼ਮਸ ਟਾਈਪ ਹੁੰਦੇ ਆ ਜਿਹਦੇ ਵਿੱਚ ਐਲਗੀ ਅਤੇ ਬੈਕਟੀਰੀਆ ਹੁੰਦਾ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦੇ ਨੇ ਅਤੇ ਅਲਟੀਮੇਟਲੀ ਪੂਰੀ ਜਿਹੜੇ ਵਾਟਰ ਦਾ ਸਰਫੇਸ ਹੈ ਉਹਦੇ ਉੱਪਰ ਇਹ ਪ੍ਰੋਡਿਊਸ ਹੋ ਗਏ। ਸੋ ਇਹ ਚੀਜ਼ ਨੂੰ ਆਪਾਂ ਕੀ ਬੋਲਦੇ ਹਾਂ, ਐਲਗਲ ਬਲੂਮ। ਮਤਲਬ ਕਾਫੀ ਜ਼ਿਆਦਾ ਐਕਸੈਸ ਨਿਊਟਰੀਐਂਟਸ ਆ ਗਏ ਪਾਣੀ ਦੇ ਵਿੱਚ ਅਤੇ ਉਹਦੇ ਕਰਕੇ ਜਿਹੜੀ ਐਲਗੀ ਦੀ ਫਾਰਮੇਸ਼ਨ ਹੈ ਉਹਦੀ ਪਾਪੂਲੇਸ਼ਨ ਦਾ ਇੱਕੋ ਦਮ ਵੱਧ ਜਾਣਾ, ਉਹਨੂੰ ਬੋਲਦੇ ਹਾਂ ਐਲਗਲ ਬਲੂਮ। ਹੁਣ ਐਲਗਲ ਬਲੂਮ ਦੇ ਕਰਕੇ ਹੋਇਆ ਕੀ, ਦੇਖੋ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਜਿਹੜੇ ਫਾਈਟੋਪਲੈਂਕਟਨਸ ਨੇ ਇਹ ਫੋਟੋਸਿੰਥੈਟਿਕ ਹੁੰਦੇ ਨੇ, ਯਾਨੀ ਕਿ ਇਹ ਫੋਟੋਸਿੰਥੇਸਿਸ ਪਰਫੋਰਮ ਕਰਦੇ ਨੇ ਡੇ ਟਾਈਮ 'ਤੇ। ਸੋ ਡੇ ਟਾਈਮ 'ਤੇ ਆਕਸੀਜਨ ਨੂੰ ਰਿਲੀਜ਼ ਕਰਦੇ ਨੇ ਅਤੇ ਨਾਈਟ ਟਾਈਮ 'ਤੇ ਕੀ ਕਰਨਗੇ, ਉਹ ਆਕਸੀਜਨ ਨੂੰ ਕੰਜ਼ਿਊਮ ਕਰਨਗੇ। ਠੀਕ ਹੈ, ਹੁਣ ਡੇ ਟਾਈਮ 'ਤੇ ਇੱਕ ਚੀਜ਼ ਹੋਰ ਹੋ ਰਹੀ ਹੁੰਦੀ ਹੈ, ਜਦੋਂ ਪੂਰੀ ਸਰਫੇਸ ਦੇ ਉੱਪਰ ਇਹਨਾਂ ਦੀ ਫਾਰਮੇਸ਼ਨ ਹੋ ਗਈ ਫਾਈਟੋਪਲੈਂਕਟਨਸ ਦੀ, ਤਾਂ ਸਮੁੰਦਰ ਦੇ ਅੰਦਰ ਜਿਹੜੇ ਪਲਾਂਟਸ ਨੇ ਕੀ ਉਹਨਾਂ ਤੱਕ ਸਨਲਾਈਟ ਪਹੁੰਚ ਪਾਊਗੀ, ਨਹੀਂ ਪਹੁੰਚ ਪਾਊਗੀ। ਸੋ ਅਲਟੀਮੇਟਲੀ ਉਹ ਪਲਾਂਟਸ ਹੈ ਜਿਹੜੇ ਉਹ ਮਰਨੇ ਸਟਾਰਟ ਹੋ ਜਾਣਗੇ। ਠੀਕ ਹੈ, ਇਹ ਤਾਂ ਡੇ ਟਾਈਮ 'ਤੇ ਐਵੇਂ ਹੋ ਰਿਹਾ। ਸੋ ਨਾਈਟ ਟਾਈਮ 'ਤੇ ਕੀ ਹੋਊਗਾ, ਨਾਈਟ ਟਾਈਮ 'ਤੇ ਹੁਣ ਇਹਨਾਂ ਨੇ ਵੀ ਆਕਸੀਜਨ ਲੈਣੀ ਸਟਾਰਟ ਕਰਤੀ ਜਿਹੜੇ ਫਾਈਟੋਪਲੈਂਕਟਨਸ ਨੇ। ਸੋ ਜਿਹੜੇ ਐਨੀਮਲਸ ਮਾਈਕਰੋ ਆਰਗੈਨਿਜ਼ਮਸ ਫਿਸ਼ਿਜ਼ ਵਗੈਰਾ ਜਾਂ ਫਿਰ ਪਲਾਂਟਸ ਜਿਹੜੇ ਕਿ ਰਿਵਰ ਦੇ ਅੰਦਰ ਰਹਿ ਰਹੇ ਨੇ ਉਹਨਾਂ ਲਈ ਆਕਸੀਜਨ ਦੀ ਮਾਤਰਾ ਘਟੂਗੀ ਕਿ ਨਹੀਂ, ਬਿਲਕੁਲ ਘਟੂਗੀ। ਠੀਕ ਹੈ, ਸੋ ਅਲਟੀਮੇਟਲੀ ਉਹਨਾਂ ਲਈ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਸੋ ਪਹਿਲਾਂ ਤਾਂ ਪਲਾਂਟਸ ਮਰ ਰਹੇ ਸੀ, ਹੁਣ ਮਾਈਕਰੋ ਆਰਗੈਨਿਜ਼ਮਸ ਫਿਸ਼ਿਜ਼ ਵਗੈਰਾ ਵੀ ਮਰਨੀਆਂ ਸਟਾਰਟ ਹੋ ਗਈਆਂ। ਹੁਣ ਅਲਟੀਮੇਟਲੀ ਕੀ ਹੁੰਦਾ, ਸਮੁੰਦਰ ਦੇ ਅੰਦਰ ਜਾਂ ਲੇਕ ਦੇ ਅੰਦਰ ਕਾਫੀ ਜ਼ਿਆਦਾ ਡੈਡ ਜਾਂ ਡਿਕੇਇੰਗ ਮੈਟਰ ਹੈ ਜਿਹੜਾ ਉਹ ਇਕੱਠਾ ਹੋਣਾ ਸਟਾਰਟ ਹੋ ਜਾਂਦਾ। ਸੋ ਉਹਦੇ ਹੋਣ ਨਾਲ ਹੋਰ ਕੀ ਹੋ ਰਿਹਾ, ਮਾਈਕਰੋ ਆਰਗੈਨਿਜ਼ਮਸ ਉਹਦੇ ਉੱਪਰ ਕੰਮ ਕਰ ਰਹੇ ਨੇ, ਸੋ ਹੋਰ ਆਕਸੀਜਨ ਨੂੰ ਕੰਜ਼ਿਊਮ ਕਰ ਰਹੇ ਨੇ। ਸੋ ਯਾਨੀ ਕਿ ਆਕਸੀਜਨ ਦੀ ਜਿਹੜੀ ਮਾਤਰਾ ਹੈ ਉਹ ਅਲਟੀਮੇਟਲੀ ਲੇਕ ਦੇ ਵਿੱਚੋਂ ਘੱਟਦੀ ਜਾ ਰਹੀ ਹੈ, ਕਿਉਂਕਿ ਜਿਹੜਾ ਐਲਗੀ ਪ੍ਰੋਡਿਊਸ ਹੋਈ ਹੈ ਇਹ ਵੀ ਆਕਸੀਜਨ ਚਾਹੀਦਾ ਇਹਨੂੰ ਵੀ, ਜਿਹੜੇ ਮਾਈਕਰੋ ਆਰਗੈਨਿਜ਼ਮ ਡਿਕੰਪੋਜ਼ ਕਰ ਰਹੇ ਨੇ ਉਹਨਾਂ ਨੂੰ ਵੀ ਚਾਹੀਦਾ, ਜਿਹੜੇ ਆਰਗੈਨਿਜ਼ਮਸ ਰਹਿੰਦੇ ਨੇ ਲੇਕ ਦੇ ਅੰਦਰ ਉਹਨਾਂ ਨੂੰ ਵੀ ਆਕਸੀਜਨ ਚਾਹੀਦਾ। ਸੋ ਆਕਸੀਜਨ ਦੀ ਕਮੀ ਦੇ ਨਾਲ ਜਿਹੜੇ ਮੈਰੀਨ ਆਰਗੈਨਿਜ਼ਮਸ ਹੈ ਉਹ ਮਰਨੇ ਸਟਾਰਟ ਹੋ ਜਾਂਦੇ ਨੇ। ਠੀਕ ਹੈ, ਸੋ ਇਹ ਹੋ ਗਿਆ ਪੂਰਾ ਆਪਣਾ ਯੂਥਰੋਫਿਕੇਸ਼ਨ ਅਤੇ ਐਲਗਲ ਬਲੂਮ। ਠੀਕ ਹੈ, ਇੱਥੇ ਇੱਕ ਹੋਰ ਚੀਜ਼ ਦੇਖੋ ਕਿ ਜਦੋਂ ਆਪਣੇ ਕੋਲ ਨਿਊ ਐਨਾਰੋਬਿਕ ਕੰਡੀਸ਼ਨਸ ਪੈਦਾ ਹੋ ਗਿਆ, ਮਤਲਬ ਆਕਸੀਜਨ ਦੀ ਐਬਸੈਂਸ ਹੋਣੀ ਸਟਾਰਟ ਹੋ ਗਈ ਪਾਣੀ ਦੇ ਵਿੱਚ, ਤਾਂ ਉਹਦੇ ਨਾਲ ਇੱਕ ਹੋਰ ਤਰੀਕੇ ਦੇ ਬੈਕਟੀਰੀਆ ਦੀ ਗਰੋਥ ਹੋ ਜਾਂਦੀ ਹੈ ਜਿਹਨੂੰ ਆਪਾਂ ਕੀ ਬੋਲਦੇ ਹਾਂ, ਕਲੋਸਟ੍ਰੀਡੀਅਮ ਬੋਟੂਲਿਨੀਅਮ। ਠੀਕ ਹੈ, ਇਹ ਕੀ ਕਰਦਾ, ਇਹ ਕਾਫੀ ਜ਼ਿਆਦਾ ਟੌਕਸਿਕ ਪ੍ਰੋਡਿਊਸ ਕਰਦਾ ਅਤੇ ਇਹ ਜਿਹੜੇ ਟੌਕਸਿਨਸ ਪ੍ਰੋਡਿਊਸ ਕਰਦਾ ਉਹ ਕਾਫੀ ਜ਼ਿਆਦਾ ਖਤਰਨਾਕ ਹੁੰਦੇ ਆ ਬਰਡਸ, ਮੈਮਲ ਅਤੇ ਐਕੁਐਟਿਕ ਆਰਗੈਨਿਜ਼ਮਸ ਦੇ ਲਈ। ਓਕੇ, ਸੋ ਹੁਣ ਆਪਾਂ ਨੈਕਸਟ ਇੱਕ ਹੋਰ ਕੰਸੈਪਟ ਪੜ੍ਹਦੇ ਹਾਂ, ਬਾਇਓਰੈਮੀਡੇਸ਼ਨ। ਬਾਇਓਰੈਮੀਡੇਸ਼ਨ ਦਾ ਮਤਲਬ ਕੀ ਹੁੰਦਾ, ਮਾਈਕਰੋ ਆਰਗੈਨਿਜ਼ਮਸ ਲਾਈਕ ਬੈਕਟੀਰੀਆ ਅਤੇ ਫੰਗੀ ਦਾ ਯੂਜ਼ ਕਰਨਾ ਇਨਵਾਇਰਮੈਂਟਲ ਕੰਟੈਮੀਨੇਟਸ ਨੂੰ ਡਿਗਰੇਡ ਕਰਨ ਦੇ ਲਈ, ਤਾਂ ਕਿ ਉਹਨਾਂ ਨੂੰ ਲੈਸ ਟੌਕਸਿਕ ਫਾਰਮ ਦੇ ਵਿੱਚ ਕਨਵਰਟ ਕੀਤਾ ਜਾਵੇ।
ठीक है। माइक्रो ऑर्गेनिजम्स ਨੂੰ डिजाइन ਕੀਤਾ ਜਾਂਦਾ ਹੈ ਬਾਇਓ ਰੈਮੀਡੇਸ਼ਨ ਦੇ ਲਈ ਜੈਨੇਟਿਕ ਇੰਜੀਨੀਅਰਿੰਗ ਟੈਕਨੀਕਸ ਦੇ ਨਾਲ। ਹੁਣ ਦੇਖੋ ਇਹਦੇ ਵਿੱਚ ਆਪਣੇ ਕੋਲ सब तो पहली प्रोसैस है इन सिटू बायो रैमीडिएशन। इन सिटू मतलब कि होंगे ट्रीटमेंट करना कंटैमीनेटिड मैटीरियल का वो साइट ते जिथे साइट कंटैमीनेट है। सो ये किहड़े मैथड है बायो वेंटिंग, बायो स्पार्जिंग, बायो एग्यूमेंटेशन। ओके सो बायो वेंटिंग मतलब सप्लाई करना एयर के न्यूट्रीएंट्स नू वैल्स के थ्रू कंटैमीनेटिड सॉइल तक ताकि जिहड़े इंडीजीनियस बैक्टीरिया उन्हां दी ग्रोथ नू वधाया जा सके। बायो स्पार्जिंग मतलब की है इंजैक्शन करना एयर का अंडर प्रैशर बिलो द वाटर टेबल ताकि जो ग्राउंड वाटर ऑक्सीजन कंसनट्रेशन है वो इनक्रीज होवे ते इहदे नाल जिहड़ी बायोलॉजिकल डिग्रेडेशन है कंटैमीनेंट्स की वो वधे। ठीक है मतलब बैक्टीरिया को ज़्यादा ऑक्सीजन होवे तो ज़्यादा तो ज़्यादा डिकम्पोज करे। ओके उस तो बाद बायो एग्यूमेंटेशन माइक्रो ऑर्गेनिज्म है जिहड़े उन्होंने इंपोर्ट किया जाता कंटैमीनेटिड साइट ते ताकि डिग्रेडेशन प्रोसैस नू वधाया जाए। सो बायो रैमीडेशन टैक्नीक्स नू यूज़ करके जी टैरी है उन्हें डेवलप किया मिक्सचर बैक्टीरिया का जिन्होंने आप की बोलते हैं ओलीजैपर या ओलीवीरस एस जिहड़े डिग्रेड करते हैं पॉल्यूटेंट्स नू जिहड़े कि ऑयल कंटैमीनेटिड साइट्स ते हुंदे हैं ते उत्थे उस तो बाद कोई भी रेजिड्यू नहीं रहिंदा। हुण सपोज करो कि ऑयल स्पिल होया है वो ऑयल स्पिल ते आपां ओलीजैपर या ओलीवोरस जिहड़ा बैक्टीरिया है उन्होंने यूज़ करांगे। ठीक है वो बैक्टीरिया की करूगा अगर ऑयल स्पिल होया है वो उपर वर्क करूगा जो भी उत्थे चीज़ है उन्होंने डिकम्पोज करूगा तो पिछे पानी रह जाऊगा और कुछ भी हार्मफुल रेजिड्यू नहीं बचूगा। ओके उस तो बाद एक्सिटू बायो रैमीडेशन। एक्सिटू मतलब कि रिमूव करना कंटैमीनेटिड मैटीरियल नू ठीक है ताकि वो किते होर जाके ट्रीट हो सके। लैंड फार्मिंग कंटैमीनेटिड सॉइल नू एक्सवेट किया जाता है तो स्प्रैड किया जाता है एक प्रिपेयर बैड के उपर जब तक कि पॉल्यूटेंट्स है जोड़े डिग्रेड नहीं होंगे। इसका मेन गोल की है सिमुलेट करना इंडीजीनियस बायोडिग्रेडेबल माइक्रो ऑर्गेनिज्म नू ते एरोबिक डिग्रेडेशन करना कंटैमीनेंट्स दी। दैन बायो रिएक्टर दे विच की है प्रोसैस किया जाता है कंटैमीनेटिड सॉलिड मैटीरियल नू या वाटर नू इंजीनियर्ड कंटैमीनेटिड सिस्टम दे विच। ओके सो नैक्सट है कंपोस्टिंग दे विच बेसिकली की हुंदा है जिहड़ा भी डिकम्पोज्ड ऑर्गैनिक मैटर है ना उहदी रीसाइकलिंग की जाती है तो उन्होंने अल्टीमेटली कन्वर्ट किया जाता है कंपोस्ट दे विच। सो दैट्स ऑल फॉर टूडे। बाकी होर चीज़ां आपां नैक्सट लैक्चर च डिस्कस करांगे। सो थैंक यू सो मच मिलते हैं नैक्सट लैक्चर दे विच।